बहुत ही निੱਘਾ ਸਵਾਗਤ ਕਰਦੇ ਹਾਂ ਕਿ ਇਸ ਵੇਲੇ ਤੁਸੀਂ ਜੋ ਸ਼੍ਰੋਮਣੀ ਗੁਰਮਤਿ ਚੇਤਨਾ ਮੈਗਜ਼ੀਨ ਜਿਹੜਾ ਇੱਕ ਤੁਸੀਂ ਉਹ ਵੀ ਕੱਢ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਗੁਰਮਤਿ ਦਾ ਗਿਆਨ, ਇੱਕ ਧਾਰਮਿਕ ਗਿਆਨ ਉਹ ਵੀ ਤੁਸੀਂ ਦੇ ਰਹੇ ਹੋ ਤੇ ਉਹਦੇ ਨਾਲ ਨਾਲ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਜਿਹੜੀ ਤੁਹਾਡੇ ਵੱਲੋਂ ਇੱਕ ਚਲਾਈ ਗਈ ਆ। ਤੇ ਤੀਸਰੀ ਗੱਲ ਕਿ ਇੱਕ ਬੜੀ ਵਧੀਆ ਗੱਲ ਹੈ ਕਿ ਤੁਸੀਂ ਗੁਰਮਤਿ ਅਕੈਡਮੀ ਪਟਿਆਲਾ ਦੇ ਵਿੱਚ ਮੌਜੂਦਾ ਇਸ ਵੇਲੇ ਪ੍ਰਿੰਸੀਪਲ ਹੋ, ਜੋ ਕਾਫੀ ਤੁਸੀਂ ਲੰਬੇ ਸਮੇਂ ਤੋਂ ਉੱਥੇ ਤੁਸੀਂ ਇਹ ਸੇਵਾਵਾਂ ਨਿਭਾ ਰਹੇ ਹੋ। ਤੇ ਚੌਥੀ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣੀ ਚਾਹੁੰਦਾ ਕਿ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਜੀ ਐਸੇ ਵਿਅਕਤੀ ਹਨ ਜਿਨ੍ਹਾਂ ਨੇ ਅਵਤਾਰ ਸਿੰਘ ਜੀ ਮੱਕੜ ਉਹਨਾਂ ਦੇ ਖਿਲਾਫ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਜਿਹੜੀਆਂ ਹੁੰਦੀਆਂ ਸਨ ਉਹਨਾਂ ਦੇ ਖਿਲਾਫ ਉਹ ਖੜੇ ਨੇ ਤੇ ਇਲੈਕਸ਼ਨ ਉਹਨਾਂ ਨੇ ਲੜੀ ਹੈ, ਭਾਵੇਂ ਕਾਮਯਾਬੀ ਉਹਨਾਂ ਨੂੰ ਨਹੀਂ ਮਿਲੀ। ਇਹ ਤੇ ਕਾਮਯਾਬੀ ਚਲੋ ਕਦੀ ਜਿੱਤ ਕਦੀ ਹਾਰ ਇਹ ਬਣਿਆ ਰਹਿੰਦਾ ਹੈ ਸੰਸਾਰ ਦੇ ਉੱਤੇ, ਪਰ ਉਹਨਾਂ ਨੇ ਇਹ ਇਲੈਕਸ਼ਨ ਜਿਹੜੀ ਆ ਉਹਨਾਂ ਦੇ ਵਿਰੁੱਧ ਲੜੀ ਆ। ਸੋ ਇਹ ਐਸੇ ਵਿਅਕਤੀ ਨੇ। ਸੋ ਅੱਜ ਤੁਹਾਡੀ ਮੁਲਾਕਾਤ ਅਸੀਂ ਉਹਨਾਂ ਦੇ ਨਾਲ ਕਰਾਈ, ਗੱਲਬਾਤ ਅਸੀਂ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਪ੍ਰਿੰਸੀਪਲ ਸਾਹਿਬ ਜੀ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਜੋ ਸ਼੍ਰੋਮਣੀ ਗੁਰਮਤਿ ਚੇਤਨਾ ਮੈਗਜ਼ੀਨ ਜਾਂ ਲਹਿਰ ਜਾਂ ਤੁਸੀਂ ਇਸ ਪਾਸੇ ਦੇ ਨਾਲ ਕਦੋਂ ਤੋਂ ਜੁੜੇ ਹੋ? ਇਸ ਤਰ੍ਹਾਂ ਜੀ ਕਿ ਮੈਂ ਬਚਪਨ ਤੋਂ ਹੀ ਮੈਂ ਇੱਕ ਐਸੇ ਪਰਿਵਾਰ ਵਿੱਚ ਰਹਿੰਦਾ। ਦਾਦਾ ਜੀ ਚੌਧਰੀ ਜੈ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਵਲਪਿੰਡੀ ਤੋਂ ਮੈਂਬਰ ਸਨ ਜਦੋਂ ਪਹਿਲੀ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਮੈਂ ਉਹਨਾਂ ਦਾ ਪੋਤਰਾ ਹੈਗਾ ਔਰ ਸਿੱਖ ਇਤਿਹਾਸ ਦੇ ਵਿੱਚ ਇੱਕ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਬਕਾਇਦਾ ਉਹਦਾ ਜ਼ਿਕਰ ਹੈ ਕਿ ਉਹ ਮੈਂਬਰ ਰਾਵਲਪਿੰਡੀ ਤੋਂ ਉਸ ਵੇਲੇ ਅੰਗਰੇਜ਼ ਰਾਜ ਦੇ ਵੇਲੇ ਉਹ ਚੁਣੇ ਗਏ ਸਨ। ਤੇ ਮੈਨੂੰ ਲੱਗਦਾ ਹੈ ਕਿ ਮੇਰੇ ਖੂਨ ਦੀ ਮੇਰੇ ਰਗਾਂ ਦੇ ਵਿੱਚ ਹੀ ਉਹ ਸਾਰਾ ਸਿਲਸਿਲਾ ਚੱਲਿਆ ਆ ਰਿਹਾ ਹੈ ਜਿਹੜਾ ਇੱਕ ਮੇਰੇ ਦਾਦਾ ਜੀ ਤੋਂ ਚੱਲਿਆ ਆ ਰਿਹਾ ਸੀਗਾ। ਔਰ 9 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਮੈਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਬੜਾ ਲੰਮਾ ਟਾਈਮ ਅਲੱਗ-ਅਲੱਗ ਕਾਲਜਾਂ ਦੇ ਵਿੱਚ ਲੈਕਚਰ ਦੇਣੇ, ਗੁਰਮਤਿ ਕੈਂਪ ਲਾਉਣੇ, ਇਹ ਛੋਟੀ ਉਮਰ ਤੋਂ ਹੀ ਮੈਂ ਇਹ ਸਿਲਸਿਲਾ ਸ਼ੁਰੂ ਕੀਤਾ। ਔਰ ਮੈਂ ਤੁਹਾਨੂੰ ਇੱਕ ਬੜੀ ਇਹ ਗੱਲ ਦੱਸ ਦਿਆਂ ਕਿ ਪੰਜਾਬ ਦੇ ਜਿੰਨੇ ਵੱਡੇ ਗੁਰਦੁਆਰੇ ਨੇ, ਜਿਵੇਂ ਦੁੱਖ ਨਿਵਾਰਨ ਪਟਿਆਲਾ ਹੈ, ਸੁਖਚੈਨ ਸਾਹਿਬ ਫਗਵਾੜਾ ਹੈ ਜਾਂ ਫਤਿਹਗੜ੍ਹ ਸਾਹਿਬ ਸਰਹੰਦ ਹੈ, ਇਸ ਤਰ੍ਹਾਂ ਦੇ ਜਿੰਨੇ ਵੱਡੇ ਵੱਡੇ ਗੁਰਦੁਆਰੇ ਨੇ, ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਇਹਨਾਂ ਸਾਰੇ ਗੁਰਦੁਆਰਿਆਂ ਵਿੱਚ ਬਹੁਤ ਵੱਡੇ ਵੱਡੇ ਜੂਨ ਦੇ ਮਹੀਨੇ ਮੈਂ ਪਿਛਲੇ 30 ਸਾਲ ਤੋਂ ਗੁਰਮਤਿ ਟ੍ਰੇਨਿੰਗ ਕੈਂਪ ਲਾ ਰਿਹਾ, ਜਿੱਥੇ 500 ਸਕੂਲਾਂ ਕਾਲਜਾਂ ਦਾ ਬੱਚਾ ਉੱਥੇ ਆਉਂਦਾ ਉਹ ਰਹਿੰਦਾ ਹੈ। ਇਹ ਪਹਿਲਾ ਕਰੋਨਾ ਕਾਰਨ ਪਹਿਲਾ ਸਾਲ ਐਸਾ ਮਿਸ ਹੋ ਗਿਆ ਕਿ ਇਸ ਵਾਰੀ ਅਸੀਂ ਕੈਂਪ ਜਿਹੜਾ ਉਹ ਨਹੀਂ ਲਾ ਸਕੇ। ਔਰ ਜਿੱਥੋਂ ਤੱਕ ਗੁਰਦੁਆਰਾ ਪ੍ਰਬੰਧ ਦਾ ਤੁਸੀਂ ਜ਼ਿਕਰ ਕੀਤਾ ਮੇਰੇ ਬਾਰੇ ਕਿ ਮੈਂ ਇਲੈਕਸ਼ਨ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ, ਉਹਦਾ ਕਾਰਨ ਇਹ ਸੀ ਕਿ ਮੈਂ ਇਹ ਮਹਿਸੂਸ ਕਰਦਾ ਜਿੰਨਾ ਕੁ ਵਾਹਿਗੁਰੂ ਨੇ ਮੈਨੂੰ ਸੋਝੀ ਦਿੱਤੀ, ਆਪਣੇ ਸੀਨੀਅਰ ਤੋਂ ਮਿਲੀ, ਗੁਰੂ ਬਾਣੀ ਤੋਂ ਮਿਲੀ, ਕਿ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਆ ਇਹ ਇੱਕ ਧਾਰਮਿਕ ਮੁੱਦਾ ਹੈਗਾ, ਇਹ ਸਿਆਸੀ ਮੁੱਦਾ ਨਹੀਂ ਹੈਗਾ, ਪੋਲੀਟੀਕਲ ਨਹੀਂ ਹੈਗਾ। ਇਹ ਮੈਂ ਨਾਅਰਾ ਲੈ ਕੇ ਲੋਕਾਂ ਦੇ ਵਿੱਚ ਇਸ ਗੱਲ ਲਈ ਗਿਆ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਧਾਰਮਿਕ ਲੋਕਾਂ ਨੂੰ ਅੱਗੇ ਲਿਆਓ, ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਦੂਸਰੇ ਖੇਤਰ ਵਿੱਚ MLA, ਪਾਰਲੀਮੈਂਟ ਦਾ ਮੈਂਬਰ, ਰਾਜ ਸਭਾ ਦਾ ਮੈਂਬਰ, ਵਿਧਾਨ ਪਰਿਸ਼ਦ ਦਾ ਮੈਂਬਰ, ਜਿੱਦਾਂ ਮਰਜ਼ੀ ਬਣਾਓ। ਘੱਟੋ ਘੱਟ ਗੁਰਦੁਆਰਾ ਪ੍ਰਬੰਧ ਜਿਹੜਾ ਨਾ ਉਹ ਉਹਨਾਂ ਲੋਕਾਂ ਕੋਲ ਜਿਹੜੇ ਗੁਰਸਿੱਖ ਹੋਣ, ਕਿਉਂਕਿ ਗੁਰਦੁਆਰੇ ਦਾ ਮਕਸਦ ਕੀ ਹੈ? ਸਿੱਖੀ ਦਾ ਪ੍ਰਚਾਰ ਕਰਨਾ, ਸਿੱਖ ਬਣਾਉਣੇ, ਦੂਜੇ ਸਿੱਖ ਕੋਈ ਬਣਾਉਣਾ। ਪ੍ਰਿੰਸੀਪਲ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ ਕਿ ਇਸ ਵੇਲੇ ਜੇ ਆਪਾਂ ਸੋਚੀਏ ਤੇ ਕੁੱਲ ਮਿਲਾ ਕੇ ਜਿਹੜਾ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਕੋਈ ਸਾਡੇ ਹੋਰ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਉੱਤੇ ਸਿਆਸਤ ਬੜੀ ਇਸ ਵੇਲੇ ਭਾਰੂ ਹੋ ਚੁੱਕੀ ਆ। ਇਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਜ਼ਿਕਰ ਕਰੋਗੇ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਉਹ ਸਿਆਸਤ ਜਿਹੜੀ ਇਸ ਵੇਲੇ ਉਹ ਬੜੀ ਉਹਦੇ ਉੱਤੇ ਹੈਵੀ ਹੋ ਚੁੱਕੀ ਹੈ? ਨਹੀਂ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸਿਆਸਤ ਜਿਹੜੀ ਹੈ ਉਹ ਸਿਆਸਤ ਮਤਲਬ ਹੈ ਵੀ ਥੋੜੀ ਜਿਹੀ ਨਹੀਂ, 60% ਸਿਆਸਤ ਹੈਗੀ ਆ। ਜੇ ਜਥੇਦਾਰ ਅਕਾਲ ਤਖਤ ਹੈ ਤਾਂ ਉਹ ਵੀ ਸਿਆਸਤ ਦੇ ਵਿੱਚੋਂ ਨਿਕਲਦਾ ਹੈਗਾ ਬਈ। ਉਹਦੇ ਮਤਲਬ ਹੈ ਇੱਕ ਗ੍ਰੰਥੀ ਤੋਂ ਲੈ ਕੇ ਇੱਕ ਸੇਵਾਦਾਰ ਤੋਂ ਲੈ ਕੇ ਉੱਪਰ ਤੱਕ ਸਾਰੀ ਸਿਆਸਤ ਹੈ। ਸਿੱਖ ਕੌਮ ਦੀ ਬਦਕਿਸਮਤੀ ਹੈ ਕਿ 12 ਅਰਬ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਹੋ ਗਈ ਹੈ ਇੱਕ ਸਾਲ ਦੀ ਇਸ ਵੇਲੇ, 12 ਅਰਬ ਰੁਪਈਆ। ਔਰ ਹੈਰਾਨ ਹੈ ਕਿ ਅਸੀਂ ਗੋਲਕਾਂ 'ਚ ਪੈਸੇ ਪਾਉਣ ਵਾਲੇ ਲੋਕ ਹੈਰਾਨ ਆ ਕਿ 12 ਅਰਬ ਰੁਪਏ ਨਾਲ ਕੌਮ ਦੀ ਕਿੰਨੀ ਉਸਾਰੀ ਹੋ ਸਕਦੀ ਹੈ।
ਆਪਾਂ ਉਹ ਉੱਥੇ ਉਹੋ ਜਿਹੇ ਸੁਚੱਜੇ ਪ੍ਰਬੰਧਕ ਨਹੀਂ ਉੱਥੇ ਪਹੁੰਚਾ ਸਕੇ। ਇਹ ਸਾਡੀ ਕਿਸਮਤੀ ਹੈ। ਮੈਨੂੰ ਯਾਦ ਕਿ ਮੈਂ ਜਦੋਂ ਪਹਿਲੀ ਵਾਰੀ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜੀ ਤਾਂ ਲੁਧਿਆਣੇ ਵੈਸਟ ਤੋਂ, ਤੇ ਉਸ ਵੇਲੇ ਮੈਂ ਜਦੋਂ ਲੋਕਾਂ ਕੋਲ ਗਿਆ ਕਿ ਮੈਂ ਇਲੈਕਸ਼ਨ ਲੜੀ, ਤੇ ਮੈਨੂੰ ਲੋਕਾਂ ਨੇ, ਧਾਰਮਿਕ ਲੋਕਾਂ ਨੇ, ਮਾਰਿਆਂ ਦੇ ਪ੍ਰਬੰਧਕਾਂ ਨੇ, ਸੁਸਾਇਟੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਕਿਹਾ, ਖਾਲਸਾ ਜੀ ਤੁਸੀਂ ਤਾਂ ਸਿਆਸਤ 'ਚ ਵੜ ਗਏ, ਇਹ ਤਾਂ ਗੰਦ ਹੈਗਾ ਨੀਰਾ। ਮੈਂ ਕਿਹਾ ਜੀ ਗੁਰਦੁਆਰਾ ਪ੍ਰਬੰਧ ਗੰਦ ਥੋੜਾ ਹੈਗਾ, ਪ੍ਰਬੰਧ ਦੇ ਸੁਧਾਰ ਲਈ ਮੈਂ ਅੱਗੇ ਆਇਆ। ਲੋਕਾਂ ਦੇ ਵਿੱਚ ਜਾਗਰੂਕਤਾ ਨਹੀਂ ਸੀ ਕਿ ਇਹ ਪ੍ਰਬੰਧ ਧਾਰਮਿਕ ਬੰਦਿਆਂ ਕੋਲ ਹੋਣਾ ਚਾਹੀਦਾ ਹੈ, ਇਹ ਗੁਰਸਿੱਖਾਂ ਦੇ ਕੋਲ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਵੀ ਜੇ 22 ਬੰਦੀਆਂ ਸਥਾਪਿਤ ਕੀਤੀਆਂ ਨੇ ਤਾਂ ਉਹਨਾਂ ਦੀ ਯੋਗਤਾ ਵੇਖੀ ਹੈ ਕਿ ਉਹ ਪ੍ਰਚਾਰ ਦੀ ਯੋਗਤਾ ਰੱਖਦੇ ਸਨ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ। ਤੋ ਇਸੇ ਤਰ੍ਹਾਂ ਸੰਤ ਸਿਸਟਮ ਵੀ ਜੇ ਸ਼ੁਰੂ ਕੀਤਾ ਤਾਂ ਉਹਦਾ ਮਤਲਬ ਸੀ ਵੀ ਚੰਗੇ ਸੱਜੇ ਬੰਦਿਆਂ ਨੂੰ ਅੱਗੇ ਲਿਆਂਦਾ, ਭਾਵੇਂ ਉਹ ਸਮਾਂ ਪਾ ਕੇ ਬਾਅਦ ਵਿੱਚ ਵਿਗਾੜ ਪੈ ਗਿਆ, ਉਹ ਇੱਕ ਵੱਖਰਾ ਵਿਸ਼ਾ ਹੈਗਾ। ਮੇਰਾ ਕਹਿਣਾ ਮਤਲਬ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਮੈਂ ਸਿੱਖ ਕੌਮ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡਾ ਗੁਰਦੁਆਰਾ ਪ੍ਰਬੰਧ, ਉਹਦਾ ਜਿਹੜਾ ਮਨੋਰਥ ਹੈ ਉਹ ਮਨੋਰਥ ਤੋਂ ਖੁੱਜ ਚੁੱਕਾ ਹੈ। 12 ਅਰਬ ਰੁਪਈਆ ਦੇ ਵਿੱਚੋਂ ਜੇ 2 ਅਰਬ ਰੁਪਈਆ ਵੀ ਇੱਕ ਪਾਸੇ ਰੱਖ ਕੇ ਤੁਸੀਂ ਇਹ ਕਹਿ ਦਿਓ ਕਿ ਅਸੀਂ ਭਾਰਤ ਦੇ ਹਰ ਅੰਮ੍ਰਿਤਧਾਰੀ ਸਿੱਖ ਨੂੰ ਸੈਟਲ ਕਰਨਾ ਹੈ, ਉਹਨੂੰ ਕਾਰੋਬਾਰ ਦੇਣਾ ਹੈ, ਉਹਨੂੰ ਬਿਜ਼ਨਸ ਦੇਣਾ ਹੈ, ਉਹਨੂੰ ਪੜਾਉਣਾ ਹੈ, ਇਸ ਕੰਮ ਲਈ 2 ਅਰਬ ਰੁਪਇਆ ਵੀ ਰੱਖ ਦਿਓ ਤਾਂ ਤੁਹਾਨੂੰ ਜਿਹੜੀਆਂ ਤੁਸੀਂ ਬਿਲਡਿੰਗਾਂ ਬਣਾਉਂਦੇ ਹੋ, ਸੋਨੇ ਲਾ ਰਹੇ ਹੋ, ਲੰਗਰ ਲਾ ਰਹੇ ਹੋ, ਇਸ ਪਾਸੋਂ ਰੁਝਾਨ ਖਤਮ ਕਰੋ। ਆਪਣੇ ਬੱਚਿਆਂ ਨੂੰ ਐਜੂਕੇਟ ਕਰੋ, ਬੱਚਿਆਂ ਨੂੰ ਪੜਾਓ, ਔਰ ਬੱਚਿਆਂ ਨੂੰ ਜੋ ਯਹੂਦੀਆਂ ਨੇ ਜਿਹੜਾ ਕੰਮ ਕੀਤਾ ਸੀ ਉਹਨਾਂ ਦੀ ਨਕਲ ਕਰ ਲਓ ਕਿ ਉਹ ਸਾਰੀ ਹਿਟਲਰ ਨੇ ਉਹ ਕੌਮ ਨੂੰ ਬਰਬਾਦ ਕਰ ਦਿੱਤਾ ਸੀ, ਪਰ ਉਹ ਜਦੋਂ ਦੁਬਾਰਾ ਜਾਗੀ ਹੈ ਉਹਦਾ ਕਾਰਨ ਸੀ ਕਿ ਉਹਦੇ ਕੋਲ ਐਜੂਕੇਸ਼ਨ ਲੈ ਕੇ ਆਏ। ਅੱਜ ਦੁਨੀਆ ਦੇ ਮੁਲਕਾਂ ਦੇ ਵਿੱਚ ਉਹ ਯਹੂਦੀ ਰਾਜ ਕਰ ਰਹੇ ਨੇ, ਭਾਵੇਂ ਛੋਟਾ ਜਿਹਾ ਮੁਲਕ ਹੈ ਪਰ ਰਾਜ ਉਹਨਾਂ ਦਾ, ਵੱਡੇ ਵੱਡੇ ਮੁਲਕ ਉਹਦੇ ਅੱਗੇ ਝੁਕਦੇ ਨੇ। ਉਹ ਸਿੱਖ ਕੌਮ ਦੇ ਕੋਲ ਚੰਗੇ ਪੜ੍ਹੇ ਲਿਖੇ ਇੰਟੈਲੀਜੈਂਟ ਗੁਰਸਿੱਖ ਬੰਦੇ ਅੱਗੇ ਆਉਣ ਤੇ ਗੁਰਦੁਆਰੇ ਪ੍ਰਬੰਧ ਨੂੰ ਸੰਭਾਲਣ, ਇਹ ਸਮੇਂ ਦੀ ਵੱਡੀ ਲੋੜ ਹੈ। ਇਸੇ ਲਈ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਆਰੰਭ ਕੀਤੀ। ਪ੍ਰਿੰਸੀਪਲ ਸਾਹਿਬ ਇੱਕ ਥੋੜਾ ਜਿਹਾ ਜ਼ਿਕਰ ਇਹ ਕਰਿਓ ਕਿ ਤੁਸੀਂ 12 ਅਰਬ ਜਿਹੜਾ ਦੱਸਿਆ ਕਿ ਇਨਕਮ ਉੱਥੇ ਇੰਨੀ ਆ, ਉਹਦਾ ਖਰਚਾ ਵੀ ਤੁਹਾਨੂੰ ਫਿਕਰ ਕਿ ਖਰਚਾ ਵੀ ਕਿੰਨਾ ਕੁ? ਦੇਖੋ ਜਿਹੜਾ ਤਾਂ ਸਵਾਏ ਜਿਹੜੀਆਂ ਉਹਨਾਂ ਨੇ ਜਿਹੜੀਆਂ ਤਨਖਾਹਾਂ ਜਿਹੜੀਆਂ ਮੁਲਾਜ਼ਮਾਂ ਨੂੰ, ਉਸ ਤੋਂ ਇਲਾਵਾ ਜਿਹੜਾ ਬਾਕੀ ਜਿੰਨਾ ਵੀ ਖਰਚ ਹੁੰਦਾ ਹੈ ਉਹ ਬੇਲੋੜਾ ਖਰਚ ਹੁੰਦਾ ਹੈਗਾ। ਅਲੱਗ-ਅਲੱਗ ਸਿਆਸੀ ਬੰਦਿਆਂ ਨੇ ਟਰਸਟ ਬਣਾਏ ਹੋਏ ਨੇ, ਲਗਭਗ ਟਰਸਟ ਬਣਾਏ ਹੋਏ ਨੇ। ਉਹਨਾਂ ਟਰਸਟਾਂ ਨੂੰ ਉਹ ਕੀ ਦਿੰਦੇ ਨੇ ਵੀ ਇਹ ਟਰਸਟ ਨੂੰ ਇੰਨੇ ਕਰੋੜ ਰੁਪਏ ਦੇਤਾ, ਟਰਸਟ ਨੂੰ ਇੰਨੇ, ਟਰਸਟ ਕਿੰਨਾ ਦੇ ਬਣਾਏ ਹੋਏ ਨੇ ਵੀ ਉਹ ਉਹਨਾਂ ਦੇ ਆਪਣੇ ਬੰਦਿਆਂ ਦੇ ਟਰਸਟ ਬਣਾਏ ਹੋਏ ਨੇ। ਜਿਵੇਂ ਉਹ ਮੀਰੀ ਪੀਰੀ ਕਾਲਜ ਚੱਲਦਾ ਪਿਆ ਜਿਹੜਾ ਤੁਹਾਡਾ ਇੱਥੇ ਸ਼ਾਹਬਾਦ ਮਾਰਕੰਡਾ ਦੇ ਵਿੱਚ, ਹਾਂਜੀ, ਤੇ ਹੁਣ ਉੱਥੇ ਜਿਹੜਾ ਉਹ ਟਰਸਟ ਪ੍ਰਕਾਸ਼ ਸਿੰਘ ਬਾਦਲ ਦਾ ਹੈਗਾ, ਤੇ ਕਰੋੜਾਂ ਰੁਪਈਆ ਜਿਹੜਾ ਅਵਤਾਰ ਸਿੰਘ ਮੱਕੜ ਜਿਹੜਾ ਉਹ ਮਤਲਬ ਹਰ ਸਾਲ ਜਿਹੜਾ ਉੱਥੇ ਉਹ ਦਿੰਦਾ ਰਿਹਾ। ਜਦੋਂ ਉਹਨੇ ਆਖਰੀ ਵਾਰੀ ਨਾ ਕੀਤੀ ਕਿ ਇਹ ਤਾਂ ਨਿੱਜੀ ਟਰਸਟ ਹੈਗਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਹੋਇਆ, ਉਹ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਹੈ, ਤਾਂ ਉਹਨੇ ਵਿਰੋਧ ਕੀਤਾ, ਉਹਨੂੰ ਲਾ ਕੇ ਉਹਨਾਂ ਨੇ ਮਤਲਬ ਪਰੇ ਬੰਨਿਆ। ਮੈਨੂੰ ਯਾਦ ਹੈ ਕਿ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਵਤਾਰ ਸਿੰਘ ਦੇ ਇਲਾਕੇ 'ਚ ਰਹਿਣ ਵਾਲਾ ਬੰਦਾ, ਭਾਵੇਂ ਉਹਨਾਂ ਦੇ ਖਿਲਾਫ ਮੈਂ ਇਲੈਕਸ਼ਨ ਲੜੀ, ਪਰ ਮੈਂ ਉਹ ਪਹਿਲਾ ਵਿਅਕਤੀ ਹੋਵਾਂਗਾ ਕਿ ਜਿਸ ਵੇਲੇ ਉਹ ਇਲੈਕਸ਼ਨ ਜਿੱਤ ਗਏ, ਮੈਂ ਹਾਰ ਗਿਆ, ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਦੇਖੋ ਗੱਲ ਇਹ ਹੈ ਹੁਣ ਤੁਸੀਂ ਕੌਮ ਦੇ ਪ੍ਰਧਾਨ ਬਣ ਗਏ, ਮੈਨੂੰ ਕੋਈ ਹਾਰਨ ਦਾ ਕੋਈ ਨਹੀਂ। ਮੈਨੂੰ ਪਤਾ ਹੈ ਕਿ ਵੋਟਰ ਜਿਹੜੇ ਨੇ ਉਹ, ਮੈਂ ਸਮਝ ਗਿਆ ਕਿ ਇਹ ਆਪਣੀ ਵੋਟਾਂ ਬਣਾਉਂਦੇ ਨੇ ਤੇ ਆਪਣੀਆਂ ਵੋਟਾਂ ਭੁਗਤਾਉਂਦੇ ਨੇ। ਕੋਈ ਦੂਜੀ ਧਿਰ ਪੰਜਾਬ ਦੇ ਵਿੱਚ, ਹਰਿਆਣੇ ਵਿੱਚ, ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਕਮੇਟੀ ਦੇ ਵਿੱਚ ਐਸੀ ਕੋਈ ਦੂਜੀ ਧਿਰ ਹੀ ਨਹੀਂ ਹੈਗੀ ਜਿਹੜੀ ਕਿ ਵੋਟਾਂ ਬਣਾਵੇ ਸਿੱਖਾਂ ਦੀ ਤੇ ਉਹਨਾਂ ਵੋਟਾਂ ਨੂੰ ਪੋਲਿੰਗ ਬੂਥ ਤੇ ਜਾ ਕੇ ਵੋਟ ਭੁਗਤਾਵੇ। ਇਹ ਕੰਮ ਕੌਣ ਕਰਦਾ ਹੈ? ਇਹ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਕਰਦੀ ਹੈ। ਉਹਨਾਂ ਦੀਆਂ ਕੁਝ ਵੋਟਾਂ ਖੜਨ ਵਾਲੇ ਜਿਹੜੇ ਦੂਜੇ ਉਮੀਦਵਾਰ ਨੇ ਉਹਨਾਂ ਨੂੰ ਕੁਝ % ਵੋਟਾਂ ਪੈ ਜਾਂਦੀਆਂ ਨੇ ਤੇ ਬਾਦਲ ਜਿੰਦਾਬਾਦ ਹੋ ਜਾਂਦੀ ਹੈ। ਉਹ ਕਮਾਲ ਦੀ ਗੱਲ। ਮੈਂ ਇੱਥੇ ਕੌਮ ਨੂੰ ਅੱਜ, ਕਿਉਂਕਿ ਤੁਸੀਂ ਮੈਨੂੰ ਇੱਕ ਬਹੁਤ ਵੱਡਾ ਇੱਕ ਮੌਕਾ ਦਿੱਤਾ ਹੈ, ਮੈਂ ਕੌਮ ਨੂੰ ਕੁਝ ਕਹਿ ਸਕਾਂ ਕਿ ਜਿਹੜੀ ਪੰਜਾਬ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਾਮਲਾ ਹੈ, ਵਿਚਲੀ ਗੱਲ ਇਹ ਹੈ ਕਿ ਜਿਹੜੇ ਇਹਦੇ ਐਂਟੀ ਬੰਦੇ ਖੜੇ ਹੁੰਦੇ ਨੇ ਗੁਰਦੁਆਰਾ ਚੋਣਾਂ ਦੇ ਵਿੱਚ, ਉਹ ਵੀ ਬਾਦਲ ਦੀ ਆਪਣੇ ਬੀ ਟੀਮ ਹੁੰਦੀ ਹੈ। ਏ ਤੇ ਬੀ ਦੋਨੇ ਲੜਦੇ ਨੇ ਤੇ ਉਹ ਜਿਹੜੀ ਹੈ ਇਹ ਜਿੱਤ ਜਾਂਦੀ ਹੈ, ਕਿਉਂਕਿ ਬੀ ਵੀ ਉਹਦੀ ਖੜੀ ਕੀਤੀ ਹੁੰਦੀ, ਉਹ ਫੰਡ ਸਾਰਾ ਉਹੀ ਦਿੰਦੇ ਨੇ ਉਹਨਾਂ ਨੂੰ, ਮਤਲਬ ਤੁਸੀਂ ਆ ਫੰਡ ਭਰੋ ਲੜੋ। ਕਿਉਂਕਿ ਮੈਂ 3 ਇਲੈਕਸ਼ਨਾਂ ਲੁਧਿਆਣੇ ਤੋਂ ਲੜੀਆਂ ਨੇ, ਮੈਂ ਤਜਰਬਾ ਕਰਕੇ ਦੇਖਿਆ। ਮੈਨੂੰ ਯਾਦ ਹੈ, ਮੈਂ ਤੁਹਾਨੂੰ ਬੜੀ ਚੰਬੇ ਦੀ ਗੱਲ ਦੱਸਦਾ
ਕਿ ਮੈਂ ਜਦੋਂ ਹੂੰ ਦੂਜੀ ਇਲੈਕਸ਼ਨ ਲੜੀ 2004 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤਾਂ ਜੀ ਸਰਦਾਰ ਜੀ ਅਵਤਾਰ ਸਿੰਘ ਮੱਕੜ ਉਹ ਉਸ ਵੇਲੇ ਪ੍ਰਧਾਨ ਵੀ ਸਨ, ਔਰ ਉਹ ਆ ਗਏ ਹੂੰ ਉੱਥੇ ਮੇਰੇ ਕੋਲ, ਨਾਲ ਉਹਨਾਂ ਦੇ ਲੁਧਿਆਣੇ ਦਾ ਮੈਂਬਰ ਪਾਰਲੀਮੈਂਟ ਸ਼ਰਨਜੀਤ ਸਿੰਘ ਢਿੱਲੋਂ, ਔਰ ਕੌਂਸਲਰ, ਹੂੰ 2-4 ਐਮਐਲਏ, ਰਾਜ ਇਹਨਾਂ ਦਾ 30-35 ਜੀ ਬੰਦੇ ਇਕੱਠੇ ਹੋ ਕੇ ਮੇਰੇ ਕੋਲ ਆਏ, ਔਰ ਕਹੇ ਕਿ ਜੀ ਖਾਲਸਾ ਜੀ ਇਦਾਂ ਹੈ ਕਿ ਤੁਸੀਂ ਹਾਰ ਜਾਓਗੇ ਮਤਲਬ। ਹੂੰ ਮੈਂ ਕਿਹਾ ਹੂੰ ਜੀ ਵੀ ਹੁਣ ਜਿੱਤਣਾ ਤਾਂ ਇੱਕ ਨਹੀਂ ਹੈ, ਦੋ ਤਾਂ ਜਿੱਤ ਸਕਦੇ ਹੈਗੇ, ਇੱਕ ਹਾਰੇਗਾ ਇੱਕ ਜਿੱਤੇਗਾ, ਤੇ ਅੰਡਰਸਟੂਡ ਹੈਗਾ ਹੈ ਜੀ। ਮੈਨੂੰ ਹੂੰ ਹਾਰਨ ਦਾ ਵੀ ਗਮ ਨਹੀਂ ਹੈ ਤੇ ਜਿੱਤਣ ਦੀ ਕੋਈ ਬਹੁਤੀ ਖੁਸ਼ੀ ਨਹੀਂ ਹੈ। ਮੈਂ ਤਾਂ ਕੌਮ ਨੂੰ ਇੱਕ ਹਲੂਣਾ ਦੇਣਾ ਚਾਹੁੰਦਾ ਕਿ ਧਾਰਮਿਕ ਲੋਕੋ, ਗੁਰਦੁਆਰੇ ਇਕੱਲੇ ਨਹੀਂ ਹੈਗੇ, ਗੁਰਦੁਆਰਿਆਂ ਦੇ ਨਾਲ ਸਕੂਲ ਨੇ, ਗੁਰਦੁਆਰੇ ਦੇ ਨਾਲ ਹੂੰ ਯੂਨੀਵਰਸਿਟੀ ਨੇ, ਔਰ ਗੁਰਦੁਆਰੇ ਦੇ ਹੂੰ ਪ੍ਰਬੰਧ ਦੇ ਨਾਲ ਹਸਪਤਾਲ ਨੇ, ਔਰ 2 ਹੂੰ ਯੂਨੀਵਰਸਿਟੀਆਂ ਨੇ ਵੱਡੀਆਂ ਟੌਪ ਦੀਆਂ ਤੁਹਾਡੇ ਕੋਲ। ਹੂੰ ਇੰਨਾ ਵੱਡਾ ਹੂੰ ਸਟਰਕਚਰ ਹੈ ਜਿਸ ਨਾਲ ਸਾਰੀ ਕੌਮ ਪੜ੍ਹਾਈ ਜਾ ਸਕਦੀ ਹੈ, ਸਾਰੀ ਕੌਮ ਨੂੰ ਐਜੂਕੇਟ ਕੀਤਾ ਜਾ ਸਕਦਾ ਹੈਗਾ। ਜੇ ਤੁਸੀਂ ਇਹ ਚਾਹੁੰਦੇ ਹੂੰ ਹੋ ਬਈ ਆ ਜਿਵੇਂ ਨਕਲੀ ਲੋਕ ਬਾਦਲ ਖੜੇ ਕਰ ਦਿੰਦਾ ਹੈ, ਨਾਰੇ ਮਰਵਾਉਂਦਾ ਹੈ ਖਾਲਿਸਤਾਨ ਦੇ, ਸਾਡੇ ਬੱਚੇ ਉਹਦੇ ਪਿੱਛੇ ਤੁਰ ਪੈਂਦੇ ਨੇ, ਜਾਂ ਕੁਝ ਸੰਸਥਾਵਾਂ ਹੂੰ ਨੂੰ ਬਾਦਲ ਪੇਡ ਮਤਲਬ ਪੈਸਾ ਦਿੰਦਾ ਹੈ। ਜੀ ਸੋ ਪਿਆਰੇ ਦਰਸ਼ਕੋ, ਕਿਉਂਕਿ ਕਈ ਵਾਰੀ ਕਨੈਕਸ਼ਨ ਜਿਹੜਾ ਉਹ ਲੂਜ਼ ਹੋ ਜਾਂਦਾ ਆ, ਸੋ ਵਾਪਸ ਦੁਆਰਾ ਫਿਰ ਉਹ ਜੁੜਨਗੇ ਜਦੋਂ ਆਪਣੀ ਗੱਲਬਾਤ ਦੱਸ ਰਹੇ ਨੇ ਕਿ ਉਹਨਾਂ ਨੇ ਅਵਤਾਰ ਸਿੰਘ ਜੀ ਮੱਕੜ ਉਹਨਾਂ ਦੇ 1986 ਸ਼੍ਰੋਮਣੀ ਹੈਲੋ ਹੈਲੋ ਹਾਂਜੀ ਹਾਂਜੀ ਕਰੋ ਗੱਲ ਜੀ। ਹਾਂਜੀ ਹਾਂਜੀ ਹਾਂਜੀ। ਮੈਂ ਗੱਲ ਕਰ ਰਿਹਾ ਸੀ ਕਿ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ 1986 ਵਿੱਚ ਮੈਂ ਸ਼ੁਰੂ ਕੀਤੀ ਸੀ, ਔਰ ਅੱਜ ਜੀ ਤੋਂ ਕਿੰਨਾ ਲੰਮਾ ਟਾਈਮ ਹੋ ਗਿਆ। ਇਹਦੇ ਵਿੱਚ ਮੈਂ 3 ਇਲੈਕਸ਼ਨਾਂ ਵੀ ਲੜ ਲਈ ਹਾਂ, ਔਰ ਅਕਾਲ ਪੁਰਖ ਨੇ ਹੂੰ ਬਖਸ਼ਿਸ਼ ਕੀਤੀ ਹੈ ਮੇਰੇ ਤੇ ਕਿ ਮੈਂ ਅੱਜ ਇਸ ਲਹਿਰ ਨੂੰ ਪੱਕੇ ਪੈਰਾਂ ਤੇ ਖੜੇ ਕਰਨ 'ਚ ਕਾਮਯਾਬ ਹੋ ਗਿਆ। ਸਭ ਤੋਂ ਪਹਿਲਾਂ ਅਸੀਂ ਇੱਕ ਹੂੰ ਸੁਪਰੀਮ ਕੌਂਸਲ ਬਣਾਈ ਹੈ, 21 ਮੈਂਬਰੀ ਸੁਪਰੀਮ ਹੂੰ ਕੌਂਸਲ ਬਣਾਈ ਹੈ। ਉਹਦੇ ਵਿੱਚ ਹੂੰ ਰਿਟਾਇਰਡ ਜਿਹੜੇ ਚੰਗੇ ਉੱਚ ਅਹੁਦਿਆਂ ਤੋਂ ਜਿਹੜੇ ਗੁਰਸਿੱਖ ਰਿਟਾਇਰ ਹੋਏ ਨੇ, ਹੂੰ ਉੱਚੇ ਜੀਵਨ ਵਾਲੇ, ਜਿਹੜੇ ਤਜਰਬਾ, ਜਿਨ੍ਹਾਂ ਨੇ ਜ਼ਿੰਦਗੀ, ਜਿਹੜੇ 50-50 60-60 ਹਜ਼ਾਰ ਰੁਪਇਆ ਪੈਨਸ਼ਨਾਂ ਲੈਂਦੇ ਨੇ, ਮੈਂ ਉਹਨਾਂ ਦੀ ਇੱਕ ਜੀ 21 ਮੈਂਬਰੀ ਕੌਂਸਲ ਬਣਾਈ ਹੈ ਕਿ ਇਹ ਬੰਦੇ ਇਲੈਕਸ਼ਨ ਤਾਂ ਨਹੀਂ ਲੜਨਗੇ, ਪਰ ਇਹ ਕੌਮ ਨੂੰ ਹੂੰ ਕਹਿਣਗੇ ਕਿ ਇਲੈਕਸ਼ਨ ਨੂੰ ਆਪਾਂ ਕਿਵੇਂ ਫਾਈਟ ਲੜਨਾ, ਕਿਵੇਂ ਇਹਨੂੰ ਅਰੇਂਜ ਕਰਨਾ ਹੈ ਹੂੰ ਆਉਣ ਵਾਲੇ ਸਮੇਂ ਦੇ ਵਿੱਚ। ਔਰ ਅਸੀਂ ਸਭ ਤੋਂ ਪਹਿਲਾਂ ਜਨਵਰੀ-ਫਰਵਰੀ ਦੇ ਵਿੱਚ ਅਗਲੇ ਸਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ। ਦਿੱਲੀ ਦੇ ਵਿੱਚ 46 ਹਲਕੇ ਨੇ ਟੋਟਲ, ਔਰ 46 ਹਲਕਿਆਂ ਦੇ ਵਿੱਚ ਅਸੀਂ 46 ਜਿਹੜੇ ਨਿਯੁਕਤ ਕਰ ਰਹੇ ਹਾਂ, ਔਰ ਅਸੀਂ ਉਹ ਐਲਾਨ ਪਹਿਲਾਂ ਹੀ ਕਰ ਦੇਣਾ ਕੁਝ ਦਿਨਾਂ ਪਹਿਲਾਂ ਹੀ ਕਿ ਆਹ 46 ਬੰਦੇ ਸਾਡੇ ਇਸ ਹਲਕੇ ਦੇ ਹੈੱਡ ਹੋਣਗੇ, ਔਰ ਇਹ ਜਿਹਨੂੰ ਚਾਹਣ ਆਪ ਲੜਨ, ਜਾਂ ਬਾਦਲ ਦੇ ਮੁਕਾਬਲੇ ਇੱਕ ਉਮੀਦਵਾਰ ਹੋਣਾ ਚਾਹੀਦਾ, 5 ਖੜੇ ਨਹੀਂ ਹੋਣੇ, 10 ਖੜੇ ਨਹੀਂ ਹੋਣੇ ਚਾਹੀਦੇ। ਇੱਕ ਕੈਂਡੀਡੇਟ ਦੇ ਮੁਕਾਬਲੇ ਇੱਕ ਕੈਂਡੀਡੇਟ ਖੜਾ ਹੋ। ਭਾਵੇਂ ਮੈਨੂੰ ਯਾਦ ਹੈ ਕਿ ਮੈਂ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸਾਹਿਬ, ਇਹਨਾਂ ਦੇ ਨਿਕਟ ਵਰਤੀਆਂ ਨਾਲ ਵੀ ਸੰਪਰਕ ਕੀਤਾ ਹੈ। ਸਾਬਕਾ ਸਕੱਤਰ ਹਰਚਰਨ ਸਿੰਘ ਜੀ ਜਿਹੜੇ ਚੀਫ ਸੈਕਟਰੀ ਰਹੇ ਨੇ, ਮੇਰੇ ਬੜੇ ਮਿੱਤਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਸਾਰੀ ਚੱਲੀ ਹੈ। ਔਰ ਦੂਜੇ ਪਾਸੇ ਦੂਜੇ ਉਮੀਦਵਾਰ ਇੱਕ ਹੋਰ ਲਹਿਰ ਚੱਲ ਰਹੀ ਹੈ, ਸਿੱਖ ਸਦਭਾਵਨਾ ਦਲ ਚਲਾ ਰਹੇ ਨੇ, ਰਾਗੀ ਦਰਬਾਰ ਸਾਹਿਬ ਦੇ ਭਾਈ ਬਲਦੇਵ ਸਿੰਘ, ਉਹਨਾਂ ਨਾਲ ਵੀ ਸੰਪਰਕ ਕੀਤਾ, ਹੋਰਾਂ ਨਾਲ ਵੀ ਕੀਤਾ। ਔਰ ਮੈਂ ਦਲ ਖਾਲਸਾ ਨੂੰ ਵੀ ਮਿਲਿਆ, ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਮਿਲਿਆ, ਸਾਰਿਆਂ ਨੂੰ ਮਿਲਿਆ। ਮੈਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਸ ਵਾਰ ਗੁਰਦੁਆਰਾ ਪ੍ਰਬੰਧ ਧਾਰਮਿਕ ਸਿੱਖਾਂ ਨੂੰ ਦਿਓ। ਜੇ ਤੁਹਾਡੇ ਕੋਲ ਧਾਰਮਿਕ ਬੰਦੇ ਨੇ, ਤੁਸੀਂ ਖੜੇ ਕਰੋ, ਪਰ ਸਿਆਸੀ ਬਿਰਤੀ ਵਾਲੇ ਲੋਕਾਂ ਨੂੰ ਇੱਕ ਪਾਸੇ ਰੱਖੋ, 2 ਟੀਮਾਂ ਬਣਾ ਲਓ, ਇੱਕ ਸਿਆਸਤ ਵਾਲੇ ਪਾਸੇ ਆ ਜਾਓ। ਇਹ 'ਚ ਕੋਈ ਸ਼ੱਕ ਨਹੀਂ ਕਿ ਸਿਆਸਤ ਤੇ ਸਿੱਖ ਧਰਮ ਦੇ ਵਿੱਚ ਇਕੱਠੇ ਨੇ, ਪਰ ਆਹ ਵਾਲੀ ਜਿਹੜੀ ਕੰਜਰਪੁਣੇ ਵਾਲੀ ਸਿਆਸਤ ਨਹੀਂ ਹੈਗੀ ਸਿੱਖ ਧਰਮ ਦੇ ਵਿੱਚ। ਉਹ ਸੀ ਜਿਹੜੀ ਧਰਮ ਦੇ ਅਧੀਨ ਜਿਹੜੀ ਸਿਆਸਤ ਸੀ, ਜਿਹਦੇ ਵਿੱਚ ਧਰਮ ਪ੍ਰਮੁੱਖ ਸੀ, ਉਹ ਵਾਲੀ ਸਿਆਸਤ ਦੀ ਗੱਲ ਕਰ ਰਹੇ ਹਾਂ। ਇੱਥੇ ਅੱਜ ਸਿਆਸਤ ਤੇ ਹੈ, ਧਰਮ ਦੂਜੇ ਨੰਬਰ ਤੇ ਚਲਾ ਗਿਆ। ਭਾਈ ਸਾਹਿਬ ਜੀ ਆਪਾਂ ਸਿਆਣੇ ਆ, ਇਸ ਵੇਲੇ ਆਪਾਂ ਵਰਲਡ ਦੇ ਵਿੱਚ ਵੇਖਿਆ ਜਾ ਰਿਹਾ, ਸੁਣਿਆ ਜਾ ਰਿਹਾ, ਆਪਾਂ ਲੈਂਗੁਏਜ ਉਹ ਵਰਤੀਏ ਜਿਹੜੀ ਕਿ ਸਾਰੇ ਦਰਸ਼ਕ ਵੀ ਸਾਡੇ ਵੇਖ ਰਹੇ ਨੇ। ਹਾਂਜੀ ਕਰੋ ਗੱਲ। ਚਲੋ ਮੈਂ ਖਿਮਾ ਚਾਹੁੰਦਾ ਜੀ, ਭਾਵੇਂ ਮੈਂ ਉਹ ਸ਼ਬਦ ਜਿਹੜਾ ਉਹ ਵਰਤਿਆ, ਪਰ ਜਿਹੜੇ ਨੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਨੇ ਕਿ ਇਸ ਕਿਸਮ ਦੇ ਲੋਕ ਹੀ ਜਿਹੜੇ ਨੇ ਸਾਡੇ ਪ੍ਰਬੰਧਕੀ ਸਿਸਟਮ ਦੇ ਉੱਪਰ ਇਸ ਵੇਲੇ ਕਾਬਜ ਨੇ। ਆਪਾਂ ਦੇਖ ਹੀ ਰਹੇ ਹਾਂ ਕਿ ਵੱਡੇ ਐਮਐਲਏ ਸਾਹਿਬਾਨ, ਵੱਡੇ ਮੈਂਬਰ ਸ਼੍ਰੋਮਣੀ ਕਮੇਟੀ ਸਾਹਿਬਾਨ, ਔਰ ਉਹਨਾਂ ਦੇ ਜਿਹੜੇ ਕਿਰਦਾਰ ਨੇ ਉਹ ਕਿੰਨੇ ਗਿਰੇ ਹੋਏ, ਉਹ ਕੌਮ ਦੇ ਸਾਹਮਣੇ ਆਏ ਨੇ। ਕੌਮ ਦੇ ਬੱਚਿਆਂ ਨੂੰ ਇੱਕ ਮੈਸੇਜ ਗਲਤ ਜਾ ਰਿਹਾ ਹੈ, ਔਰ ਮੈਂਬਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਬੱਚੇ ਨੇ, ਕਈਆਂ ਦੇ ਬੱਚੇ ਜਿਹੜੇ ਨੇ ਪਤਤ ਨੇ, ਉਹ ਛੇੜੀ ਨੇ,
ਔਰ ਇਹ ਔਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਹ ਸਿਉਂਕ ਚਿਮੜੀ ਹੋਈ ਹੈ। ਔਰ ਲੱਖਾਂ ਕਰੋੜਾਂ ਰੁਪਏ ਹੂੰ, ਜਿਹੜੀ ਇਨਕਮ ਹੈ ਗੁਰਦੁਆਰਿਆਂ ਦੀ, ਉਹ ਨਿੱਜੀ ਟਰਸਟ ਬਣਾ ਕੇ ਘਰਾਂ 'ਚ ਵਰਤ ਰਹੇ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਹੜੇ ਨੇ, ਉਹ ਇਹਨਾਂ ਦੇ ਘਰਾਂ ਦੇ ਵਿੱਚ ਚੌਕੀਦਾਰ ਨੇ, ਹੈ ਜੀ, ਉਹ ਇਹਨਾਂ ਦੇ ਘਰਾਂ 'ਚ ਕੰਮ ਕਰਦੇ ਨੇ। ਉਹ ਕਹਿਣ ਦਾ ਇਹ ਮਤਲਬ ਹੈ ਵੀ ਗੁਰਦੁਆਰਾ ਪ੍ਰਬੰਧ ਦੇ ਵਿੱਚ ਬੜੀਆਂ ਕਮੀਆਂ ਆ ਗਈਆਂ ਨੇ। ਆਪਾਂ ਇਹਨੂੰ ਠੀਕ ਕਰਨ ਵਾਸਤੇ, ਉਸਾਰੂ ਸੇਧ ਦੇਣ ਵਾਸਤੇ ਇੱਕ ਸ਼੍ਰੋਮਣੀ ਕਮੇਟੀ ਦੇ ਪੈਰਲਲ ਇੱਕ ਸਿਸਟਮ ਖੜਾ ਕਰ ਰਹੇ ਹਾਂ। ਇੱਕ ਲਾਈਨ ਦੇ ਮੁਕਾਬਲੇ ਇੱਕ ਵੱਡੀ ਲਾਈਨ ਖੜੀ ਕਰ ਰਹੇ ਹਾਂ ਕਿ ਹਰ ਸ਼੍ਰੋਮਣੀ ਕਮੇਟੀ ਦੇ 120 ਹਲਕੇ ਨੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਇਹ 3 ਥਾਵਾਂ ਦੇ ਉੱਪਰ। ਔਰ 120 ਹਲਕੇ ਨੇ, 50 ਡਬਲ ਹਲਕੇ ਲੇਡੀਜ਼ ਤੇ ਖੜੇ ਹੁੰਦੇ ਨੇ ਨਾਲ, 2-2 ਵੋਟਾਂ ਪੈਂਦੀਆਂ ਨੇ ਇੱਕ ਜਗ੍ਹਾ ਤੇ। 170 ਬੰਦੇ ਚੁਣੇ ਜਾਂਦੇ ਨੇ। 170 ਇਹ ਬੰਦੇ ਨੇ ਤੇ 46 ਦਿੱਲੀ ਦੇ। 16 ਮੈਂਬਰ ਜਿਹੜੇ ਨੇ, ਇਹ ਅਸੀਂ ਪਹਿਲਾਂ ਚੁਣ ਕੇ ਇੱਕ ਹਾਊਸ ਦੀ ਅਸੀਂ ਮੀਟਿੰਗ ਬੁਲਾਵਾਂਗੇ। ਉਹਦੇ ਵਿੱਚ ਆਪਣੀ ਸਮੱਸਿਆ ਸਾਹਮਣੇ ਰੱਖਾਂਗੇ ਕਿ ਆਓ ਆਪਾਂ ਆਪੋ ਆਪਣੇ ਇਲਾਕਿਆਂ ਵਿੱਚ ਵੋਟਾਂ ਬਣਾਈਏ। ਸਭ ਤੋਂ ਪਹਿਲਾ ਜਿਹੜਾ ਕੰਮ ਇਹ ਹੈ, ਵੋਟਾਂ ਬਣਾਈਏ। ਤੇ ਵੋਟਾਂ ਭੁਗਤਾਣੀਆਂ ਕਿਵੇਂ ਨੇ? ਕਿਉਂਕਿ ਪੋਲਿੰਗ ਬੂਥ ਦੇ ਅੰਦਰ 5 ਬੰਦੇ ਚਾਹੀਦੇ ਨੇ, ਪੋਲਿੰਗ ਸਟੇਸ਼ਨ ਦੇ ਬਾਹਰ 5 ਬੰਦੇ ਚਾਹੀਦੇ ਨੇ, ਜਿਹੜੇ ਅੰਦਰ ਵੋਟਰ ਨੂੰ ਭੇਜਣਗੇ ਜੀ। ਵੋਟਰ ਨੂੰ ਘਰਾਂ ਚੋਂ ਲੈ ਕੇ ਆਉਣਾ, ਉਹਨਾਂ ਨੂੰ ਉਹ ਕਰਨਾ। ਦੇਖੋ 12 ਲੱਖ ਸਿੱਖਾਂ ਦੀ ਆਬਾਦੀ ਹੈ, 11-12 ਲੱਖ ਦੇ ਕਰੀਬ ਦੇ ਵਿੱਚ ਹਿੱਸਾ ਕਿੰਨਾ ਕੁ ਬੰਦਾ ਲੈਂਦਾ? ਉਹ ਲੱਖ ਦੇ ਕਰੀਬ ਲੈਂਦਾ ਹੈਗਾ। ਉਹ ਬਾਕੀ ਕਿੱਧਰ ਗਏ? ਇਦਾਂ ਹੀ ਪੰਜਾਬ ਦੇ ਵਿੱਚ ਹੈ। ਪ੍ਰਿੰਸੀਪਲ ਸਾਹਿਬ ਜੀ, ਮੈਨੂੰ ਇੱਕ ਗੱਲ ਤੁਸੀਂ ਦੱਸਿਓ ਕਿ ਜਿਹੜੀ ਤੁਸੀਂ ਕੌਂਸਲ ਬਣਾਈ ਆ, ਜੇ ਤੁਸੀਂ 21 ਮੈਂਬਰੀ ਕਮੇਟੀ ਤੁਸੀਂ ਦੱਸਦੇ ਕਿ ਤੁਸੀਂ ਉਹਨੂੰ ਸਥਾਪਿਤ ਕੀਤਾ ਆ, ਉਹਦੇ ਵਿੱਚ ਕੀ ਤੁਸੀਂ ਪੰਜਾਬ ਲੈਵਲ ਤੱਕ ਤੁਸੀਂ ਰੱਖਿਆ, ਜਾਂ ਕਿ ਇੰਡੀਆ ਲੈਵਲ ਤੱਕ, ਜਾਂ ਕਿ ਵਰਲਡ ਵਾਈਡ ਇਹਨੂੰ ਤੁਸੀਂ ਲਿਜਾਣਾ ਚਾਹੁੰਦੇ ਹੋ? ਨਹੀਂ, ਉਹ 21 ਮੈਂਬਰਾਂ ਦੇ ਵਿੱਚ 3 ਮੈਂਬਰ ਬਾਹਰੋਂ ਨੇ, ਬਾਹਰਲੇ ਸਟੇਟਾਂ, ਜਰਮਨ ਤੋਂ, ਕੈਨੇਡਾ ਤੋਂ, ਬਾਹਰਲੇ ਤੋਂ ਨੇ। 3 ਮੈਂਬਰ ਬਾਹਰੋਂ ਲਏ ਨੇ, 3 ਮੈਂਬਰ ਦਿੱਲੀ ਦੇ ਨੇ। ਤੇ ਅਸੀਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਅਸੀਂ ਇਹਦਾ ਜਿਹੜਾ ਸਾਰਾ ਲਾਈਨ ਖਿੱਚੀ ਹੈ, ਸਾਰਾ ਖਿੱਚਿਆ। ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਬੜੀ ਨਵੀਂ ਗੱਲ ਕਹਿਣ ਲੱਗਾ ਅੱਜ ਆਪਣੇ ਤੁਹਾਡੇ ਮਾਧਿਅਮ ਤੋਂ। ਮੈਂ ਇਸ ਵੇਲੇ ਹਿਮਾਚਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹੈਗਾ, ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸੀ ਹੈ ਜੀ। ਅੱਛਾ ਜੀ। ਹਾਂ, ਅਸੀਂ ਹਿਮਾਚਲ ਦੇ ਵਿੱਚ 2.5 ਸਾਲ ਕੰਮ ਕੀਤਾ, ਕਿਉਂਕਿ ਮੇਰੀ ਹਿਮਾਚਲ ਵਿੱਚ ਪ੍ਰਾਪਰਟੀ ਹੋਣ ਕਰਕੇ ਮੈਂ ਆਉਂਦਾ ਜਾਂਦਾ ਸੀ, ਮੇਰੇ ਫਾਦਰ ਆਉਂਦੇ ਜਾਂਦੇ ਸੀ। ਤੇ ਅੱਜ ਅਸੀਂ ਹਿਮਾਚਲ ਦੇ ਵਿੱਚ ਸਾਰੇ ਗੁਰਦੁਆਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਸਾਂਝੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਕਰ ਦਿੱਤੀ। ਬਾਬੇ ਡੇਰਿਆਂ ਵਾਲਿਆਂ ਨੇ ਕਬਜ਼ੇ ਕੀਤੇ ਸੀ ਗੁਰਦੁਆਰੇ, ਉਹਨਾਂ ਨੂੰ ਘਰਾਂ 'ਚ ਭੇਜਿਆ, ਸਥਾਨਕ ਕਮੇਟੀਆਂ ਦੇ ਕੋਲ ਕੰਮ ਉਹਨਾਂ ਨੂੰ ਸੰਭਾਲਿਆ। ਔਰ ਉੱਥੇ ਅਸੀਂ ਵਰਕ ਚੱਲ ਰਿਹਾ, ਔਰ ਉੱਥੇ ਅਸੀਂ ਕੰਮ ਕਰ ਰਹੇ ਹਾਂ ਬਕਾਇਦਾ ਇਸ ਵੇਲੇ ਤੌਰ ਤੇ। ਔਰ ਇੱਕ ਮੈਂਬਰ ਹਿਮਾਚਲ ਤੋਂ ਵੀ ਚੁਣਿਆ ਜਾਂਦਾ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ, ਇੱਕ ਮੈਂਬਰ ਉਧਰੋਂ ਵੀ ਆਉਂਦਾ ਹੈਗਾ। ਤੋਂ ਹਿਮਾਚਲ ਦੇ ਵੀ 35-40 ਗੁਰਦੁਆਰੇ ਐਸੇ ਜਿਹੜੇ ਗੁਰਦੁਆਰਿਆਂ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੁੰਦਾ ਹੈ, ਪਰ ਮਰਿਆਦਾ ਨਹੀਂ ਸੀ ਉੱਥੇ। ਹੁਣ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਦੀ ਹੈ, ਉਸ ਮਰਿਆਦਾ ਨੂੰ ਉੱਥੇ ਅਸੀਂ ਕਾਬੂ ਜਿਹੜਾ ਹੈ ਉਹ ਕਰਵਾ ਰਹੇ। ਔਰ 1-2 ਜਗ੍ਹਾ ਦੇ ਉੱਪਰ ਮੈਂ ਦੇਖਿਆ ਜਾ ਕੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹਦੇ ਨਾਲ ਮੂਰਤੀ ਵੀ ਪਈ ਹੋਈ ਹੈ। ਤੇ ਉਹ ਬੜੀ ਵੱਡੀ ਸਮੱਸਿਆ, ਉਹ ਗਿਣਤੀ ਲੋਕਾਂ ਦੀ ਹੈ। ਅਸੀਂ ਤਾਂ 40-50 ਹਜ਼ਾਰ ਦੇ ਕਰੀਬ ਸਿੱਖ ਉੱਥੇ ਹਿਮਾਚਲ ਦੇ ਵਿੱਚ। ਤੇ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਇਦਾਂ ਕਰਦੇ ਆ ਵੀ ਆ ਮੂਰਤੀ ਜਾਂ ਗੁਰੂ ਗ੍ਰੰਥ ਸਾਹਿਬ, ਆਪਾਂ ਇਹਨਾਂ ਨੂੰ 2 ਚੀਜ਼ਾਂ ਕਰ ਦਿੰਦੇ ਆ ਇਸ ਜਗ੍ਹਾ ਦੇ ਉੱਪਰ। ਆਪਾਂ ਚੱਕਦੇ ਨਹੀਂ ਵੀ ਇੱਕ ਪਾਸੇ ਇੱਕ ਮੰਦਿਰ ਬਣਾ ਦਿੰਦੇ ਆ, ਕੁਝ 10-20-50 ਗਜ ਦੂਰ ਤੇ ਉੱਥੇ ਮੂਰਤੀ ਰੱਖ ਲਓ, ਇੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਓ। ਜਿਹਨੂੰ ਮੱਥਾ ਟੇਕਣਾ ਉੱਧਰ ਚਲੇ ਜਾਓ, ਅਸੀਂ ਪੰਡਤ ਜੀ ਰੱਖ ਦਿੰਦੇ ਆ। ਇੱਧਰ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਇੱਧਰ ਆ ਜਾਓ, ਕਿਉਂਕਿ ਉੱਥੇ ਦੀ ਜਿਹੜਾ ਸਥਾਨਕ ਹਾਲਾਤ ਇਦਾਂ ਦੇ ਨੇ ਕਿ ਦੂਜੀ ਬਹੁ ਗਿਣਤੀ ਲੋਕ ਗੁਰਦੁਆਰਿਆਂ ਵਿੱਚ ਆਉਂਦੀ ਹੈ, ਜਿਹੜੇ ਗੈਰ ਸਿੱਖ ਨੇ, ਤੇ ਉਹ ਬਹੁਤਾ ਸਹਿਯੋਗ ਵੀ ਉਹੀ ਦਿੰਦੇ। ਖੈਰ ਚਲੋ, ਹਰ ਸਟੇਟ ਦੀ ਵੱਖਰੀ ਸਿਚੁਏਸ਼ਨ ਹੁੰਦੀ ਹੈ। ਪੰਜਾਬ ਵਾਲੀ ਹਾਲਤ ਵੱਖਰੀ ਹੈ, ਦਿੱਲੀ ਦੀ ਕੁਝ ਹੋਰ ਵੱਖਰੀ ਹੈ, ਇੱਧਰ ਯੂਪੀ, ਉੱਤਰ ਪ੍ਰਦੇਸ਼ ਚਲੇ ਜਾਓ, ਇੱਧਰ ਦੀ ਕੁਝ ਅਵਸਥਾ ਦੂਜੀ ਹੈ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਪੰਜਾਬ ਤੋਂ ਜਿਹੜੀਆਂ ਬਾਹਰਲੀਆਂ ਸਟੇਟਾਂ ਨੇ, ਜਿਹੜੀਆਂ ਪੰਜਾਬ ਦੀਆਂ ਬਾਹਰਲੀਆਂ ਸਟੇਟਾਂ ਨੇ, ਅਸੀਂ ਹਰ ਜ਼ਿਲ੍ਹੇ ਦਾ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾ ਰਹੇ ਹਾਂ ਪੰਜਾਬ ਤੋਂ ਸਟੇਟਾਂ, ਉਹਨਾਂ ਨੂੰ ਵੀ ਉਸ ਦਾਇਰੇ ਵਿੱਚ ਲੈ ਕੇ ਆ ਰਹੇ ਹਾਂ। ਔਰ ਇੱਕ ਮੈਂ ਬੜੀ ਕਮਾਲ ਦੀ ਗੱਲ ਦੱਸਣਾ ਚਾਹੁੰਦਾ ਇੱਥੇ, ਜਿਹੜੀ ਗੱਲ ਅੱਜ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਦੁਨੀਆ ਵਿੱਚ ਆਏਗੀ ਗੱਲ, ਕਿ 1984 ਵਿੱਚ ਜਦੋਂ ਸਿੱਖ ਨਸਲਕੁਸ਼ੀ ਹੋਈ, ਉਹਨੂੰ ਆਪਾਂ ਦੰਗੇ ਨਹੀਂ ਕਹਿੰਦੇ, ਇਹ ਸਿੱਖ ਨਸਲਕੁਸ਼ੀ ਹੋਈ, ਸਿੱਖ ਕਤਲੇਆਮ ਹੋਇਆ ਜਦੋਂ, ਉਸ ਵੇਲੇ ਹਿਮਾਚਲ ਦੇ ਵਿੱਚ ਵੀ ਕਤਲੇਆਮ ਹੋਇਆ। ਇਹ ਸਾਰਾ ਕੁਝ ਜਿਵੇਂ ਦਿੱਲੀ ਸਾਰੇ ਜਗ੍ਹਾ ਤੇ ਹੋਇਆ, ਹਿਮਾਚਲ ਵਿੱਚ ਵੀ ਹੋਇਆ। ਹਿਮਾਚਲ ਵਿੱਚ ਮੌਤਾਂ ਤਾਂ ਨਹੀਂ ਹੋਈਆਂ, ਜ਼ਖਮੀ ਬੜੇ ਹੋਏ, ਗੁਰਦੁਆਰੇ ਸਾੜ ਦਿੱਤੇ ਗਏ। ਔਰ ਸਿੱਖਾਂ ਦੇ ਭੀੜ ਆਉਂਦੀ ਸੀ ਸਿੱਖ ਦੇ ਘਰ ਦੇ ਅੰਦਰ,
ਤੇ ਉਹਨੂੰ ਕਹਿੰਦੇ ਸੀ ਵੀ ਬਾਹਰ ਆ ਜਾ, ਉਹਦਾ ਘਰ ਤਾਂ ਸਾਰਾ ਲੁੱਟ ਲੈਂਦੇ ਸੀ। ਉਹ ਕਹਿੰਦੇ ਤੈਨੂੰ ਜਿਉਂਦਾ ਤਾਂ ਛੱਡਾਂਗੇ, ਨਾਈ ਨਾਲ ਲੈ ਕੇ ਆਉਂਦੀ ਸੀ ਭੀੜ, ਕਿ ਤੇਰੇ ਵਾਲ ਕੱਟਣੇ ਨੇ, ਮਤਲਬ ਕੇਸ ਕੱਟਣੇ ਨੇ ਤੇਰੇ, ਤੂੰ ਸਿਰ ਨੀਵਾ ਕਰ, ਕੇਸ ਕਟਾ ਲੈ, ਤੇ ਤੇਰਾ ਘਰ ਜਿਹੜਾ ਤੈਨੂੰ ਮਾਰਾਂਗੇ ਨਹੀਂ ਅਸੀਂ। ਔਰ ਉਸ ਦੀ ਅਗਵਾਈ ਕੌਣ ਕਰ ਰਿਹਾ ਸੀਗਾ? ਜ਼ਿਲ੍ਹਾ ਪ੍ਰਸ਼ਾਸਨ ਅਗਵਾਈ ਕਰ ਰਿਹਾ ਸੀ। ਨਾਈ ਨੂੰ ਨਾਲ ਲੈ ਕੇ 21 ਸਿੱਖਾਂ ਦੇ ਜਿਹੜੇ ਨੇ ਉਹ ਵਾਲ ਕੱਟੇ ਗਏ, ਕੇਸ ਕੱਟੇ ਗਏ। ਉੱਥੇ ਨੇ FIR ਦਰਜ ਕਰਾਈਆਂ ਹੋਈਆਂ ਸੀ, ਔਰ ਮੈਂ ਉਹ ਸਾਰੀਆਂ 231 FIR ਕੀਤੀਆਂ। ਔਰ ਮੈਂ ਮਾਈਨੋਰਿਟੀ ਕਮਿਸ਼ਨ ਜਿਹੜਾ ਹੈ, ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਿੱਲੀ, ਭਾਰਤ ਸਰਕਾਰ ਦਾ ਅਦਾਰਾ ਹੈ, ਉੱਥੇ ਰਿਟ ਪਟੀਸ਼ਨ ਦਾਇਰ ਕੀਤੀ 231 ਹਿਮਾਚਲ ਸਿੱਖ ਗੁਰਦਾ ਪ੍ਰਬੰਧਕ ਕਮੇਟੀ ਵੱਲੋਂ, ਇਹਨਾਂ ਨੂੰ 2-2 ਲੱਖ ਰੁਪਇਆ ਦਿਓ। ਆਹ 231 ਜਿਹੜੀਆਂ ਨੇ FIRs ਹੋਈਆਂ ਨੇ, ਕਿਸੇ ਨੂੰ ਕੋਈ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਲੋਕਾਂ ਨੂੰ ਰਾਹਤ ਨਹੀਂ ਮਿਲੀ। 500 ਸਿੱਖ ਹਿਮਾਚਲ ਛੱਡ ਕੇ ਦੂਜੇ ਸੂਬਿਆਂ 'ਚ ਭੱਜ ਗਿਆ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਉੱਪਰ ਲੋਕਾਂ ਨੇ ਕਬਜ਼ੇ ਕਰ ਲਏ। ਆਹ ਕਬਜ਼ੇ ਕੀਤੇ ਹੋਏ ਨੇ, ਸਾਨੂੰ ਦਿਓ, ਸਾਡਾ ਸਮਾਨ ਸਾਨੂੰ ਵਾਪਸ ਦਿਓ। ਜਿਹੜੇ ਗੁਰਦੁਆਰੇ ਸਾੜੇ ਗਏ ਉਹਨਾਂ ਨੂੰ ਦਿਓ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਹਨਾਂ ਨੇ ਗੁਰਦੁਆਰਿਆਂ 'ਚੋਂ ਕੱਢ ਕੇ ਸੜਕਾਂ ਤੇ ਸਿੱਟੀਆਂ। ਔਰ ਬਦਕਿਸਮਤੀ ਮੇਰੀ ਕੌਮ ਦੇ ਪ੍ਰਬੰਧਕਾਂ ਦੀ, ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕਦੇ ਹਿਮਾਚਲ ਦੀ ਗੱਲ ਚੱਕੀ, ਨਾ ਦਿੱਲੀ ਕਮੇਟੀ ਨੇ ਕਦੇ ਹਿਮਾਚਲ ਦੀ, ਈਵਨ ਉਹਨਾਂ ਨੂੰ ਪਤਾ ਹੀ ਨਹੀਂ ਕਿ ਹਿਮਾਚਲ ਦਾ ਨਾਲ ਲੱਗਦਾ ਸੂਬਾ ਜਿਹੜਾ ਪੰਜਾਬ ਦਾ ਇੱਕ ਹਿੱਸਾ ਹੈ। ਪ੍ਰਿੰਸੀਪਲ ਸਾਹਿਬ, ਤੁਸੀਂ ਇਹ ਮੁੱਦਾ ਕਦੀ ਅਕਾਲ ਤਖਤ ਜਥੇਦਾਰ ਕੋਲ ਜਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਕੋਲ ਜਾਂ ਹੋਰ ਸੰਸਥਾਵਾਂ ਦੇ ਕੋਲ ਤੁਸੀਂ ਕਦੇ ਇਹ ਮੁੱਦਾ ਉਠਾਇਆ ਸੀਗਾ? ਗੱਲ ਏਦਾਂ ਹੈ ਜੀ, ਤੁਹਾਡਾ ਇਹ ਸਵਾਲ ਜਿਹੜਾ ਹੈ ਇਹ ਇੱਕ ਰਵਾਇਤੀ ਸਵਾਲ ਹੈਗਾ। ਅਜੇ ਤੱਕ ਅਸੀਂ ਸਾਰੇ ਇਹ ਸਮਝਦੇ ਪਏ ਹਾਂ ਕਿ ਅਕਾਲ ਤਖਤ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਕਿਤੇ ਸਿੱਖਾਂ ਦੀਆਂ ਸੰਸਥਾਵਾਂ ਨੇ। ਇਹ ਸਿੱਖਾਂ ਦੀਆਂ ਸੰਸਥਾਵਾਂ RSS ਦੇ ਕਬਜ਼ੇ ਵਿੱਚ ਨੇ। ਜਥੇਦਾਰ ਅਕਾਲ ਤਖਤ RSS ਦੇ ਕਬਜ਼ੇ ਵਿੱਚ ਹੈ। ਬਾਦਲ RSS ਦਾ ਪ੍ਰੀ ਪਲਾਨਡ ਬਣਾਇਆ ਹੋਇਆ ਜਿਹੜਾ ਸੂਬੇ ਦਾ ਮੁੱਖ ਮੰਤਰੀ ਵੀ ਸੀ, ਔਰ ਸ਼੍ਰੋਮਣੀ ਕਮੇਟੀ ਵੀ RSS ਚਲਾ ਰਹੀ ਹੈ। ਤੁਸੀਂ ਕਿੱਦਾਂ ਆਸ ਰੱਖਦੇ ਹੋ ਕਿ ਅਸੀਂ ਅਕਾਲ ਤਖਤ ਕਵਾਂਗੇ ਤੇ ਉਹ ਸਾਡੀ? ਇਹਨਾਂ ਨੂੰ ਨਹੀਂ ਪਤਾ ਕਿ ਸਾਰਾ ਕੁਝ ਅਖਬਾਰਾਂ 'ਚ ਆਇਆ, ਸਾਰਾ ਕੁਝ ਹੋਇਆ 84 ਵਿੱਚੋਂ। ਤੇ ਉਹਨਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਉਸ ਵੇਲੇ ਦਰਖਾਸਤਾਂ ਦਿੱਤੀਆਂ, ਕੋਈ ਉੱਥੇ ਬੰਦਾ ਨਹੀਂ ਗਿਆ, ਕਿਸੇ ਦੀ ਸੁਣਵਾਈ ਨਹੀਂ ਹੋਈ ਉੱਥੇ। ਇਹ ਸਿੱਖਾਂ ਦੀਆਂ ਸੰਸਥਾਵਾਂ ਨਹੀਂ ਰਹੀਆਂ। ਇਹ ਅੱਜ ਮੈਂ ਕੌਮ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਗੁਰਦੁਆਰੇ, ਤੁਹਾਡਾ ਪ੍ਰਬੰਧ, ਤੁਹਾਡਾ ਅਕਾਲ ਤਖਤ ਦਾ ਪ੍ਰਬੰਧ, ਇਹ ਸਾਰਾ ਕੁਝ ਕੈਪਚਰ ਹੋ ਚੁੱਕਾ ਹੈ। ਇਹ RSS ਨੇ ਕੀਤਾ, ਜਿਵੇਂ ਦੇਸ਼ ਨੂੰ ਕੈਪਚਰ ਕਰ ਲਿਆ ਨਾ ਮੋਦੀ ਦੇ ਥਰੂ RSS ਨੇ, ਇਹ ਤਾਂ ਤੁਹਾਡੀ ਸੰਸਥਾ ਵੀ ਇਹਨੇ ਕੈਪਚਰ ਕਰ ਲਈ ਹੈ। ਇਹਨਾਂ ਨੂੰ ਕੀ ਫਰਿਆਦ ਕਰਨੀ ਹੈ? ਇਹਦੇ ਦੋਸ਼ੀ ਖੁਦ ਨੇ, ਇਹਨਾਂ ਨੇ ਖੁਦ ਬਰਗਾੜੀ ਵਿੱਚ ਸਾਰਾ ਕੁਝ ਕੀਤਾ। ਪ੍ਰਿੰਸੀਪਲ ਸਾਹਿਬ, ਇੱਕ ਜ਼ਰੂਰ ਦਰਸ਼ਕਾਂ ਨੂੰ ਇਸ ਚੀਜ਼ ਦਾ ਜਵਾਬ ਦਿਓ ਕਿ ਪਿਛਲੇ ਟਾਈਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇੱਕ ਜਿਹੜਾ ਬਿਆਨ ਲਾਇਆ ਸੀ, ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਖਾਲਿਸਤਾਨ ਦੇ ਮੁੱਦੇ ਤੇ ਪੁੱਛਿਆ, ਤਾਂ ਜੇ ਹਰ ਸਿੱਖ ਦੀ ਇੱਛਾ ਆ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀਗਾ, ਤੁਸੀਂ ਕੀ ਆਖੋਗੇ ਕਿ ਉਹ ਬਿਆਨ ਕਿਹਨੇ ਲਵਾਇਆ? RSS ਨੇ ਲਵਾਇਆ ਜਾਂ ਕਿ ਕਿਹਨੇ ਲਵਾਇਆ, ਜਾਂ ਕਿ ਕਿਹੜੀ ਪਾਰਟੀ ਨੇ ਲਵਾਇਆ ਉਹ ਬਿਆਨ? ਵੀਰ ਚਰਨਜੀਤ ਸਿੰਘ ਜੀ, ਮੈਂ ਬੜਾ ਕਈ ਵਾਰੀ ਸਵਾਲ ਤੁਹਾਡਾ ਬੜਾ ਵਧੀਆ ਹੈ, ਪਰ ਮੈਂ ਇਹਦਾ ਜਵਾਬ ਆਪਾਂ ਪਹਿਲੇ ਸ਼ਬਦਾਂ ਵਿੱਚ ਮੈਂ ਦੇ ਚੁੱਕਾ। ਇਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ RSS ਦੀ ਛੁਰਲੀ ਛੱਡੀ ਗਈ ਹੈ। ਦੇਖੋ, ਮੈਂ ਤੁਹਾਨੂੰ ਦੱਸਦਾ ਕਿ ਮੈਂ 1982 ਦੇ ਵਿੱਚ 1982 ਵਿੱਚ ਮੈਂ ਲੁਧਿਆਣੇ ਗਵਰਨਮੈਂਟ ਕਾਲਜ ਵਿੱਚ ਪ੍ਰੈਪ 'ਚ ਪੜ੍ਹਦਾ ਸੀ। ਉਦੋਂ ਧਰਮਯੁੱਧ ਮੋਰਚਾ ਲੱਗ ਗਿਆ। ਮੈਂ ਧਰਮਯੁੱਧ ਮੋਰਚੇ ਦੇ ਵਿੱਚ ਆਪਣੇ ਕਾਲਜਾਂ ਦਾ ਬੱਚਿਆਂ ਦਾ ਜੱਥਾ, ਕਾਲਜਾਂ ਦੇ ਵਿਦਿਆਰਥੀਆਂ ਦਾ ਜੱਥਾ ਲੈ ਕੇ ਗ੍ਰਿਫਤਾਰ ਹੋ। 1982 ਤੋਂ ਲੈ ਕੇ 1984 ਤੱਕ 2 ਸਾਲ ਮੈਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਨਸੀਬ ਹੋਈ। ਵਾਰਸਾ ਕੰਪਲੈਕਸ ਵਿੱਚ ਸੀਗਾ। ਮੈਂ 2 ਸਾਲ ਸਾਰਾ ਕੁਝ ਵੇਖਿਆ। ਇਹ ਜਿੰਨੇ ਨਾਅਰੇ ਲਾਉਣ ਵਾਲੇ ਨੇ, ਇਹ ਦਿਲੋਂ ਨਹੀਂ ਚਾਹੁੰਦੇ। ਇਹ ਇੱਕ ਸਿਆਸੀ ਸ਼ਤਰੰਜ ਹੈ, ਸਾਡੇ ਬੱਚਿਆਂ ਨੂੰ ਵਰਗਲਾਉਣਾ ਤੇ ਉਹਨਾਂ ਨੂੰ ਪੁੱਠੇ ਪਾਸੇ ਖੇਡ ਖੇਡਣੀ। ਮੈਨੂੰ ਦੱਸੋ ਕਿ ਜੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਕਿ ਅਸੀਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਦਾ ਪ੍ਰਬੰਧ ਚੰਗੇ ਸੁਚੱਜੇ ਗੁਰਸਿੱਖਾਂ ਨੂੰ ਦਿਓ, ਜੇ ਅਸੀਂ 5-7 ਹਜ਼ਾਰ ਵੀ ਸਿੱਖ ਬੱਚਿਆਂ ਨੂੰ IPS IAS ਅਫਸਰ ਬਣਾ ਦਈਏ, ਮੈਨੂੰ ਲੱਗਦਾ ਅੱਧਾ ਖਾਲਿਸਤਾਨ ਦਾ ਅਸੀਂ ਬਣਾ ਲਿਆ। ਕਿਉਂਕਿ ਪ੍ਰਸ਼ਾਸਨ ਤੁਹਾਡੇ ਕੋਲ ਆ ਗਿਆ, ਸਿਸਟਮ ਤੁਹਾਡੇ ਕੋਲ। ਕੈਨੇਡਾ ਦੇ ਵਿੱਚ ਦੇਖੋ, ਅਸੀਂ ਸਿਸਟਮ ਜਿਹੜਾ ਸਾਡੇ ਲੋਕਾਂ ਨੇ ਉੱਥੇ ਮਤਲਬ ਉੱਚੇ ਅਹੁਦਿਆਂ ਤੇ ਜਾ ਕੇ ਉਹ ਆਪਣੇ ਕਾਬੂ 'ਚ ਕੀਤਾ ਆ। ਔਰ ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਅਸੀਂ ਕੌਮ ਦੀ ਪਨੀਰੀ ਨੂੰ ਗਲਤ ਟਾਈਮ ਦੇ ਉੱਪਰ ਗਲਤ ਦਿਸ਼ਾ ਨਾ ਦਈਏ। ਸਟਰਕਚਰ ਕਿੱਦਾਂ ਦਾ ਖਾਲਿਸਤਾਨ ਹੋਏਗਾ, ਕੌਣ ਬਣਾਏਗਾ, ਕੀ ਹੋਏਗਾ, ਇਹਦੀ ਅੱਜ ਤੱਕ ਕਿਸੇ ਨੇ ਕੋਈ
ਦਿੱਤਾ ਕਿਸੇ ਨੂੰ ਕੁਝ? ਸਿਰਫ ਕਹਿਣ ਨਾਲ ਹੀ ਆਪਾਂ ਕਹੀ ਜਾਂਦੇ ਆ ਖਾਲਿਸਤਾਨ 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 ਦੇ ਅਸੀਂ ਹਾਮੀ ਆ, ਪਰ ਜਿਹੜਾ ਬਿਆਨ ਹਰਪ੍ਰੀਤ ਸਿੰਘ ਨੇ ਦਿੱਤਾ ਇਹ ਛੁਰਲੀ ਛੱਡੀ ਗਈ ਹੈ ਬੀਜੇਪੀ ਨੂੰ ਡਰਾਉਣ ਲਈ ਬਾਦਲ ਵੱਲੋਂ। ਸਾਨੂੰ ਉੱਤੇ ਹਰਪ੍ਰੀਤ ਸਿੰਘ ਨਜ਼ਰ ਨਹੀਂ ਆਉਂਦਾ, ਸਾਨੂੰ ਤਾਂ ਚਿਹਰਾ ਮੋਹਰਾ ਹਰਪ੍ਰੀਤ ਸਿੰਘ ਦਾ, ਸਾਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਨਜ਼ਰ ਆਉਂਦਾ ਅਕਾਲ ਤਖਤ ਤੇ ਬੈਠਾ। ਅਸੀਂ ਤਾਂ ਚਲੋ ਆਪਾਂ ਆਪਣੇ ਮੁੱਦੇ ਤੇ ਆਈਏ। ਤੁਸੀਂ ਸ਼੍ਰੋਮਣੀ ਗੁਰਮਤ ਚੇਤਨਾ ਸੰਸਥਾ ਜਿਹੜੀ ਹੈ ਲਹਿਰ ਜਿਹੜੀ ਆ ਉਹ ਵੀ, ਜਾਂ ਤੁਸੀਂ ਮੈਗਜ਼ੀਨ ਵੀ ਜਿਹੜਾ ਤੁਸੀਂ ਕੱਢ ਰਹੇ ਹੋ, ਉਹਦਾ ਮਕਸਦ ਕੀ ਹੈ ਤੁਹਾਨੂੰ, ਉਹ ਤੁਸੀਂ ਇਸ ਵੇਲੇ ਜਿਹੜਾ ਉਹ ਪ੍ਰਕਾਸ਼ਿਤ ਕਰ ਰਹੇ ਹੋ? ਹਾਂ, ਸਾਡਾ ਮਕਸਦ ਇਹ ਹੈ ਕਿ ਅਸੀਂ ਜ਼ਮੀਨ ਲੈਵਲ ਦੇ ਉੱਪਰ ਸਿੱਖਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ। ਉਹਨਾਂ ਨੇ ਆਪਣੇ ਰਾਈਟ, ਆਪਣੇ ਹੱਕ ਔਰ ਆਪਣੀ ਆਰਥਿਕ ਤੌਰ ਤੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ, ਇਹ ਸਾਰੀਆਂ ਗੱਲਾਂ ਲਈ ਉਹਨਾਂ ਨੂੰ ਐਜੂਕੇਟ ਕਰਦੇ ਆ। ਗੁਰਬਾਣੀ, ਗੁਰਮਤ, ਸਿੱਖੀ, ਸਿੱਖ ਰਹਿਤ ਮਰਿਆਦਾ ਤੇ ਸਿੱਖ ਇਤਿਹਾਸ, ਸਿੱਖ ਫਿਲਾਸਫੀ, ਇਹ ਸਾਨੂੰ ਇਹ ਸਮਝ ਨਹੀਂ ਆਏਗੀ ਤਾਂ ਹੀ ਸਾਡਾ ਬੇਸ ਨਹੀਂ ਬਣੇਗਾ। ਅਸੀਂ ਬੇਸਲੈਸ ਹੋ ਚੁੱਕੇ ਆ ਪੰਜਾਬ ਦੇ ਵਿੱਚ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈਗਾ, ਬੇਸਲੈਸ ਆ। ਤੁਸੀਂ 10 ਗੁਰੂਆਂ ਦੇ ਨਾਂ ਪੁੱਛ ਲਓ ਪੰਜਾਬ ਦੇ ਕਿਸੇ ਬੱਚੇ ਨੂੰ ਜਾ ਕੇ, ਉਹਨੂੰ ਨਹੀਂ ਪਤਾ, ਲੇਕਿਨ ਉਹਨੂੰ ਕਿਹੜੀ ਫਿਲਮ ਜਿਹੜੀ ਆ ਉਹ ਨਵੀਂ ਆ ਰਹੀ ਹੈ ਤੇ ਕਿਹੜੇ ਉਹਦੇ ਐਕਟਰ ਕੰਮ ਕਰ ਰਹੇ ਉਹ ਸਾਰਾ ਬੋਲੋ ਜਾਗੀ ਹੈ ਜੀ। ਇਸ ਕਰਕੇ ਅਸੀਂ ਬੇਸ ਜਿਹੜਾ ਗੁਰਬਾਣੀ ਹੈ ਉਹਦੇ ਨਾਲ ਟੁੱਟ ਚੁੱਕੇ ਆ। ਸਾਡਾ ਮਿਸ਼ਨ ਗੁਰਬਾਣੀ ਨਾਲ ਜੋੜਨਾ, ਗੁਰਮਤ ਨਾਲ ਜੋੜਨਾ ਤੇ ਉਹਨਾਂ ਨੂੰ ਸਿੱਖ ਹੱਕਾਂ ਲਈ ਪ੍ਰਪੱਕ ਕਰਨਾ, ਸਮਝਦਾਰ ਬਣਾਉਣਾ ਸਾਡਾ ਮਨੋਰਥ ਹੈ ਹਰ ਸਿੱਖ ਨੂੰ। ਔਰ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ। ਔਰ ਅਸੀਂ ਇਹ ਗੱਲ ਚੋਣ ਮਨੋਰਥ ਪੱਤਰ ਅਸੀਂ ਪ੍ਰਿੰਟ ਕਰਾ ਰਹੇ ਹਾਂ, ਬੜੀ ਅਸੀਂ ਵੱਡੀ ਚ ਹਰ ਵੋਟਰ ਤੱਕ ਪਹੁੰਚਾਵਾਂਗੇ। ਉਹਦੇ ਵਿੱਚ ਅਸੀਂ ਬੜੇ ਵਿਸਥਾਰ ਨਾਲ ਦੱਸਿਆ ਕਿ ਅਸੀਂ ਬਿਨਾਂ ਵਿਆਜ ਤੋਂ, ਜੇ ਸਾਡੇ ਕੋਲ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦਾ ਪ੍ਰਬੰਧ ਕੌਮ ਸੌਂਪ ਦੇਵੇ, ਅਸੀਂ ਹਰ ਅੰਮ੍ਰਿਤਧਾਰੀ ਸਿੱਖ ਨੂੰ ਆਪਣਾ ਕਾਰੋਬਾਰ ਬਿਜ਼ਨਸ ਕਰਨ ਲਈ 10 ਲੱਖ ਰੁਪਇਆ ਗੁਰਦੁਆਰੇ ਦੀ ਗੋਲਕ ਚ ਦਾਂਗੇ ਔਰ ਉਹਦੇ ਕੋਈ ਵਿਆਜ ਨਹੀਂ ਲਵਾਂਗੇ। ਔਰ ਉਹ ਆਪਣੀ ਮਰਜ਼ੀ ਨਾਲ, ਆਪਣੀ ਸਹੂਲਤ ਨਾਲ ਵਾਪਸ ਕਰੇਗਾ, ਜਿਵੇਂ ਉਹ ਵਾਪਸ ਕਰ ਸਕਦਾ ਹੈਗਾ ਆਪਣੀ ਇੱਛਾ ਅਨੁਸਾਰ। ਉਹਦੇ ਤੇ ਕੋਈ ਬਾਉਂਡ ਨਹੀਂ ਹੋਏਗਾ। ਇੱਥੇ ਗੱਲ ਦੀ ਆਪਾਂ ਵਿਚਾਰ ਸਾਂਝੀ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸ਼ਨ ਹੈ ਕਿ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਕਿ ਜਿਹੜਾ ਵਿਅਕਤੀ ਲੋੜਵੰਦ ਕੋਈ ਧਾਰਮਿਕ ਜਿਹੜੀ ਸਿੱਖਿਆ ਗੁਰਮਤ ਪ੍ਰਾਪਤ ਕਰਨਾ ਚਾਹੇਗਾ, ਚਾਹੇ ਉਹ ਕੋਈ ਧਰਮ ਦੇ ਵਿੱਚ ਹੈ, ਚਾਹੇ ਉਹ ਕੋਈ ਗੈਰ ਧਰਮ ਦੇ ਵਿੱਚ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਕੱਲੇ ਅੰਮ੍ਰਿਤਧਾਰੀ ਨੂੰ ਇਹ ਫੈਸਿਲਿਟੀਆਂ ਦਿਓਗੇ, ਜਾਂ ਕੋਈ ਬੰਦਾ ਰੱਬ ਦਾ ਪਿਆਰਾ ਜਿਹੜਾ ਕੋਈ ਗੁਰਮਤ ਦਾ ਧਾਰਨੀ ਬਣਨਾ ਚਾਹੁੰਦਾ ਵਾ, ਕਿਸੇ ਸਹਿਜਧਾਰੀ ਲਾ ਲਓ ਜਾਂ ਕਿਸੇ ਦੂਸਰੇ ਧਰਮ ਦੇ ਵਿੱਚ ਆ, ਉਹ ਇਹ ਸਿੱਖਣਾ ਚਾਹੁੰਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬੇਨਤੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ, ਜਿਵੇਂ ਤੁਸੀਂ ਇੱਕ ਪਰਿਵਾਰ ਦੇ ਮੁਖੀ ਹੋ, ਮੈਂ ਵੀ ਇੱਕ ਪਰਿਵਾਰ ਦਾ ਮੁਖੀ ਹਾਂ, ਤੇ ਮੇਰੇ ਪਰਿਵਾਰ ਦੇ ਅੰਦਰ ਮੇਰੇ ਬੱਚੇ ਨੇ, ਮੇਰਾ ਪਰਿਵਾਰ ਹੈਗਾ। ਮੈਂ ਸਭ ਤੋਂ ਪਹਿਲਾਂ ਇਹ ਵੇਖਾਂਗਾ ਮੇਰੇ ਪਰਿਵਾਰ ਦੇ ਤੇ ਬੱਚਿਆਂ ਦੀਆਂ ਜ਼ਰੂਰਤਾਂ ਤੇ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣ। ਫਿਰ ਉਸ ਤੋਂ ਬਾਅਦ ਮੈਂ ਗਵਾਂਢ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੇ ਬਾਰੇ ਜ਼ਰੂਰ ਸੋਚਾਂਗਾ। ਅਸੀਂ ਉਹਨਾਂ ਨਾਲ ਕੋਈ ਸਾਡੀ, ਪਰ ਇਹ ਮੈਂ ਆਪਣੇ ਬੱਚੇ ਦੇ ਮੂੰਹ ਚੋਂ ਕੱਢ ਕੇ ਉਹਦੀ ਪੜ੍ਹਾਈ ਖੋ ਕੇ, ਉਹਦਾ ਐਜੂਕੇਸ਼ਨ ਖੋ ਕੇ ਮੈਂ ਕਦੇ ਗੁਆਂਢੀ ਨੂੰ ਕਹਾਂ ਇਹ ਮੈਂ ਸਰਬੱਤ ਦਾ ਭਲਾ ਕਰ ਰਿਹਾ, ਤੇ ਮੈਂ ਸਮਝਦਾ ਕਿ ਜਿਹੜੀ ਅਕਾਲ ਪੁਰਖ ਨੇ ਮੇਰੀ ਡਿਊਟੀ ਲਾਈ ਸੀ, ਮੇਰੀ ਜ਼ਿੰਮੇਵਾਰੀ ਲਾਈ ਸੀ, ਮੇਰੇ ਘਰ ਮੈਨੂੰ ਭਜੰਗੀ ਦਿੱਤਾ ਸੀ ਜਾਂ ਧੀ ਦਿੱਤੀ ਸੀ, ਮੈਂ ਉਹਦੀ ਰਿਸਪੌਂਸਿਬਿਲਿਟੀ ਨੂੰ ਪਹਿਲ ਦਿਆਂਗਾ। ਔਰ ਉਸ ਤੋਂ ਬਾਅਦ ਜੋ ਬੱਚਿਆ ਕੁਚਿਆ ਮੇਰੇ ਕੋਲ ਵਾਧੂ ਹੋਏਗਾ, ਇਸੇ ਤਰ੍ਹਾਂ ਹੀ ਅਸੀਂ ਕੌਮ ਦਾ ਜਿਹੜਾ ਸੋਚਾਂਗੇ ਕਿ ਪਹਿਲਾਂ ਅਸੀਂ ਆਪਣਾ ਦੇਖੀਏ, ਆਪ ਨੂੰ ਮਜ਼ਬੂਤ ਕਰੀਏ, ਆਪਣੇ ਪੈਰਾਂ ਤੇ ਆਪ ਖੜੇ ਹੋਈਏ, ਤੇ ਅਸੀਂ ਦੂਸਰਿਆਂ ਨੂੰ ਵੀ ਜਿਹੜਾ ਉਹ ਗੱਲੇ ਲਾਵਾਂਗੇ, ਦੂਜਿਆਂ ਨਾਲ ਵੀ ਪਿਆਰ ਕਰਾਂਗੇ। ਇਹ ਸਾਰਾ ਕੁਝ ਜਿਹੜਾ ਹੈ ਉਹ ਸਮਝ। ਪ੍ਰਿੰਸੀਪਲ ਸਾਹਿਬ ਜੀ, ਮੈਨੂੰ ਇੱਕ ਗੱਲ ਦਾ ਜ਼ਰੂਰ ਜਵਾਬ ਦਿਓ ਕਿ ਜਿਵੇਂ ਆਪਾਂ ਅਰਦਾਸ ਦੇ ਵਿੱਚ ਵੀ ਕਰਦੇ ਹਾਂ ਕਿ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਗੱਲ, ਸਰਬੱਤ ਦੇ ਭਲੇ ਦਾ ਕੀ ਮਤਲਬ ਹੈ? ਦੂਸਰੀ ਗੱਲ, ਅਗਰ ਕੋਈ ਤੁਸੀਂ ਕਿਸੇ ਚੀਜ਼ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਜਾਂ ਕਿਸੇ ਦੂਸਰੇ ਧਰਮ ਦਾ ਬੰਦਾ ਤੁਹਾਡੇ ਧਰਮ ਦੇ ਵਿੱਚ ਆਉਣਾ ਚਾਹੁੰਦਾ ਆ, ਤੇ ਕੀ ਤੁਸੀਂ ਪਹਿਲਾਂ ਆਪਾਂ ਦੇਖੋਗੇ ਕਿ ਜਾਂ ਦੂਸਰੇ ਬੰਦੇ ਨੂੰ ਵੀ ਆਪਣੇ ਧਰਮ ਵਿੱਚ ਲਿਆਉਣਾ ਚਾਹੋਗੇ? ਉਹਨਾਂ ਨੂੰ ਵੈਲਕਮ ਕਰਾਂਗੇ ਅਸੀਂ, ਹਾਂਜੀ, ਅਸੀਂ ਉਹਨਾਂ ਨੂੰ ਜੀ ਆਇਆਂ ਆਖਾਂਗੇ ਜਿਹੜਾ ਸਿੱਖ ਧਰਮ ਨੂੰ ਵਿੱਚ ਆਵੇ। ਅਸੀਂ ਚਾਹੁੰਦੇ ਹਾਂ ਸਿੱਖਾਂ ਦੀ ਗਿਣਤੀ ਜਿਹੜੀ ਹੈ ਉਹ ਜਿਹੜੀ ਉਹਦੇ ਵਿੱਚ ਸ਼ਮੂਲੀਅਤ ਕਰਨ। ਅਗਰ ਉਹ ਗੁਰੂ ਗ੍ਰੰਥ ਪਿਆਰੇ ਦਰਸ਼ਕੋ, ਗੱਲਬਾਤ ਇਸੇ ਤਰ੍ਹਾਂ ਅਸੀਂ ਜਿਹੜੀ ਆ ਉਹ ਸ਼ੁਰੂ ਰੱਖਾਂਗੇ, ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਵੀ ਜਦੋਂ ਅਸੀਂ ਪਹਿਲਾਂ ਬੇਨਤੀ ਕੀਤੀ ਕਨੈਕਸ਼ਨ ਜਿਹੜੇ ਉਹ ਲੂਜ਼ ਹੋ ਜਾਂਦੇ। ਹਾਂਜੀ, ਹੈਲੋ, ਜਦੋਂ ਵਾਪਸ ਆਉਂਦੇ ਨੇ ਇਹ ਗੱਲਾਂ ਜਿਹੜੀਆਂ ਗੁਰਮਤ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀਆਂ,
ਸਿੱਖ ਚੈਨਲ ਦੇ ਮਾਧਿਅਮ ਦੇ ਨਾਲ, ਕਿਉਂਕਿ ਸਿੱਖ ਚੈਨਲ ਦਾ ਹਮੇਸ਼ਾ ਹੀ ਇੱਕ ਕੰਮ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਨੂੰ ਵੀ ਆਪਾਂ ਸਮਝਣਾ ਕਿ ਕੀ ਆ, ਤੇ ਜਿਹੜੀ ਗੱਲ ਪ੍ਰਿੰਸੀਪਲ ਸਾਹਿਬ ਜੀ ਕਰ ਰਹੇ ਨੇ ਉਸ ਗੱਲ ਨੂੰ ਵੀ ਆਪਾਂ ਸਮਝਣਾ ਕਿ ਉਹ ਕਿਹੜੀ ਗੱਲ ਦੱਸਣਾ ਚਾਹੁੰਦੇ ਨੇ, ਕਿਹੜੀ ਗੱਲ ਉਹ ਕਰਨਾ ਚਾਹੁੰਦੇ ਨੇ। ਹਾਂਜੀ ਪ੍ਰਿੰਸੀਪਲ ਸਾਹਿਬ ਜੀ, ਆਪਣੀ ਗੱਲ ਨੂੰ ਅੱਗੇ ਰੱਖੋ ਜੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਬੇਨਤੀ ਸੀ ਕਿ ਅਸੀਂ ਹਰ ਮਨੁੱਖ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਦਾ ਭਲਾ ਉਪਦੇਸ਼ ਚੋ ਵਰਨਾ ਕੋ ਸਾਂਝਾ। ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ, ਸਾਰਿਆਂ ਨੂੰ ਸਤਿਕਾਰ ਦਿੰਦੇ ਹਾਂ, ਪਰ ਅਸੀਂ ਇਹ ਜ਼ਰੂਰ ਧਿਆਨ ਰੱਖਾਂਗੇ ਕਿ ਪਹਿਲਾਂ ਮੇਰੇ ਘਰ ਦੇ ਵਿੱਚ ਮੇਰੇ ਸਿੱਖੀ ਦੇ ਜਿਹੜੇ ਬੂਟੇ ਨੇ ਉਹ ਤਾਂ ਨਹੀਂ ਮੁਰਝਾ ਰਹੇ। ਮੈਂ ਉਹਨਾਂ ਨੂੰ ਜਲ ਦਿਆਂ, ਉਹਨਾਂ ਨੂੰ ਪਾਣੀ ਦਿਆਂ, ਉਹਨਾਂ ਨੂੰ ਪਹਿਲ ਦਿਆਂਗੇ। ਤੇ ਜੋ ਸਾਡੇ ਕੋਲ ਯਥਾ ਸ਼ਕਤ ਵਿੱਤ ਅਨੁਸਾਰ ਸਾਡੇ ਕੋਲ ਕੁਝ ਬਚੇਗਾ, ਅਸੀਂ ਉਹ ਜਿਹੜਾ ਬਾਕੀਆਂ ਨੂੰ ਵੀ ਜਿਹੜਾ ਉਹਦੇ ਦਾਇਰੇ ਵਿੱਚ ਲਿਆਵਾਂਗੇ। ਔਰ ਅਸੀਂ ਲੰਗਰ ਤੇ ਬਿਲਡਿੰਗ ਇਹ ਦੋ ਚੀਜ਼ਾਂ ਤੇ ਬੈਨ ਲਾਵਾਂਗੇ ਵੀ ਇਹ ਲੰਗਰ ਲੋੜਵੰਦ ਨੂੰ ਦਿੱਤਾ ਜਾਵੇ, ਜ਼ਰੂਰਤਮੰਦ ਨੂੰ ਦਿੱਤਾ ਜਾਵੇ, ਔਰ ਕੇਵਲ ਗੁਰਦੁਆਰੇ ਅੰਦਰ ਹੋਵੇ। ਗੁਰਦੁਆਰੇ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ, ਲੇਕਿਨ ਗੁਰਦੁਆਰਿਆਂ ਚੋਂ ਲੰਗਰ ਦੇ ਟਰੱਕ ਭਰ ਕੇ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ ਕਿ ਸਰਕਾਰਾਂ ਦੇ ਐਮਐਲਏ ਜਾ ਕੇ ਵਰਤਾ ਰਹੇ ਨੇ ਉੱਥੇ, ਉਹ ਕਹਿ ਰਹੇ ਨੇ ਸਾਡੀ ਪਾਰਟੀ ਬਣ ਰਹੀ ਹੈਗੀ ਆ ਦਿੱਲੀ ਦੇ ਵਿੱਚ ਸਾਰਾ ਕੁਝ ਹੋ ਰਿਹਾ, ਅਸੀਂ ਦੇਖ ਰਹੇ ਹਾਂ। ਇਹਨਾਂ ਗਲਤ ਕੰਮ ਹੋ ਰਿਹਾ ਹੈ। ਅਸੀਂ ਲੰਗਰ ਦੀ ਪ੍ਰਥਾ ਨੂੰ ਲੰਗਰ ਸਿਰਫ ਆਏ ਗਏ ਯਾਤਰੂ ਜਿਹੜਾ ਠਹਿਰਦਾ ਗੁਰਦੁਆਰੇ ਦੇ ਵਿੱਚ ਆ ਕੇ ਰੁਕਦਾ, ਇਹ ਉਹਨਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਦੀ ਪ੍ਰਥਾ ਜਿਹੜੀ ਹੈ ਜਾਂ ਦੀਵਾਨਾਂ ਦੇ ਮੌਕਿਆਂ ਤੇ ਸੰਗਤ ਕੀਰਤਨ ਸੁਣਨਾ ਉਹਨਾਂ ਨਹੀਂ ਰੱਖਾਂਗੇ। ਬਿਲਡਿੰਗਾਂ ਬਣਾਉਣ ਤੇ ਰੋਕ ਲਾਵਾਂਗੇ। ਪ੍ਰਿੰਸੀਪਲ ਸਾਹਿਬ ਜੀ, ਮੈਂ ਇੱਕ ਆਪਣਾ ਵਿਸ਼ਾ ਥੋੜਾ ਜਿਹਾ ਹੋਰ ਵੀ ਤੋਰਨਾ ਕਿਉਂਕਿ 10 ਮਿੰਟ ਆਪਣੇ ਬਾਕੀ ਰਹਿ ਗਏ ਨੇ। ਸਭ ਤੋਂ ਪਹਿਲਾਂ ਸਾਨੂੰ ਇਹ ਜਵਾਬ ਦਿਓ ਕਿ ਜਿਹੜੀਆਂ ਤੁਸੀਂ ਇਲੈਕਸ਼ਨਾਂ ਲੜੀਆਂ ਨੇ, ਜਿਹੜੀਆਂ ਅਵਤਾਰ ਸਿੰਘ ਮੱਕੜ ਦੇ ਵਿਰੁੱਧ ਲੜੀਆਂ ਨੇ ਜਾਂ ਤੁਸੀਂ ਹੋਰ ਇਲੈਕਸ਼ਨਾਂ ਲੜੀਆਂ ਨੇ, ਉਸ ਇਲੈਕਸ਼ਨਾਂ ਦੇ ਵਿੱਚੋਂ ਤੁਹਾਨੂੰ ਕੀ ਫੀਲਿੰਗ ਹੋਈ? ਤੁਸੀਂ ਉਹਦੇ ਵਿੱਚੋਂ ਕੀ ਅਨੁਭਵ ਕੀਤਾ ਕਿ ਲੋਕ ਕੀ ਚਾਹੁੰਦੇ ਨੇ ਜਾਂ ਕੀ ਆ, ਉਹਦੇ ਬਾਰੇ ਥੋੜਾ ਜਿਹਾ ਤੁਸੀਂ ਤੁਹਾਡਾ ਤਜਰਬਾ ਜਿਹੜਾ ਕੀ ਕਹਿੰਦਾ ਆ। ਦੇਖੋ, ਜਿਹੜੀ ਗੁਰਦੁਆਰਾ ਇਲੈਕਸ਼ਨ ਦਾ 3 ਵਾਰ ਲੜਨ ਦਾ ਜਿਹੜਾ ਮੇਰਾ 96, 2004 ਤੇ 2011 ਵਿੱਚ ਇੱਥੋਂ ਮੈਨੂੰ ਇਹ ਤਜਰਬਾ ਹੋਇਆ ਕਿ ਮੈਨੂੰ ਇੱਕ ਗੱਲ ਸਮਝ ਆ ਗਈ ਕਿ ਗੁਰਦੁਆਰਾ ਚੋਣ ਸਿਸਟਮ ਨੂੰ ਠੀਕ ਢੰਗ ਦੇ ਨਾਲ ਅਪਣਾਉਣ ਨਾਲ ਤੁਸੀਂ ਗੁਰਦੁਆਰਾ ਪ੍ਰਬੰਧ ਜਿਹੜਾ ਹੈ ਉਹ ਗਲਤ ਲੋਕਾਂ ਕੋਲ ਜਿਹੜਾ ਛਡਵਾ ਸਕਦੇ ਹੋ। ਇਹ ਗੁਰਦੁਆਰਾ ਐਕਟ ਕੋਈ ਮਾੜੀ ਗੱਲ ਨਹੀਂ ਹੈਗੀ। ਇਹ ਅੱਜ ਗੁਰਦੁਆਰਾ ਐਕਟ ਇੱਕ ਐਸੀ ਸਾਡੇ ਕੋਲ ਇੱਕ ਸਹੂਲਤ ਹੈ ਜ਼ਬਰਦਸਤ, ਇਹਦੇ ਨਾਲ ਪ੍ਰਬੰਧ ਬਦਲਿਆ ਜਾ ਸਕਦਾ ਹੈ। ਪਰ ਜਿਹੜੇ ਲੋਕ ਐਕਟ ਨੂੰ ਖਤਮ ਕਰਨ ਦੀ ਗੱਲਾਂ ਕਰਦੇ ਨੇ, ਇਹ ਐਕਟ ਹੀ ਖਤਮ ਹੋ ਗਿਆ ਤਾਂ ਪ੍ਰਬੰਧ ਕਿਤੇ ਬਦਲਣ ਦਾ ਤੁਹਾਡੇ ਕੋਲ ਜਿਹੜਾ ਮੌਕਾ ਉਹ ਵੀ ਖਤਮ ਹੋ ਜਾਏਗਾ। ਇਸ ਕਰਕੇ ਇਸ ਐਕਟ ਦੇ ਅਨੁਸਾਰ ਅਸੀਂ ਇੱਕੋ ਕੰਮ ਕਰੀਏ। ਮੇਰਾ ਤਜਰਬਾ ਹੈ ਕਿ ਅਸੀਂ ਵੋਟਾਂ ਬਣਾਈਏ, ਵੋਟਾਂ ਸਾਰੇ ਸਿੱਖਾਂ ਦੀਆਂ ਬਣਾਵਾਂਗੇ ਔਰ ਅਸੀਂ ਬਣਾਵਾਂਗੇ ਹਲਕੇ ਦੇ ਵਿੱਚ ਟੋਟਲ ਸਿੱਖਾਂ ਦੀਆਂ ਕੰਪਿਊਟਰ ਲਾ ਕੇ ਵੋਟਾਂ ਬਣਾਵਾਂਗੇ, ਉਹਨਾਂ ਦੀਆਂ ਵੋਟਾਂ ਪਾਵਾਂਗੇ। ਜਦੋਂ ਤੁਸੀਂ ਵੋਟ ਬਣਾਉਣ ਤੇ ਵੋਟ ਭੁਗਤਾਉਣ ਦਾ ਪ੍ਰੋਸੈਸ ਕਰੋਗੇ, ਮੇਰਾ ਤਜਰਬਾ ਇਹ ਹੈ ਇਹ ਜਾ ਸਕਦੀਆਂ, ਇਹ ਮੈਂ ਦਾਅਵਾ ਕਰਦਾ। ਔਰ ਸਿਰਫ ਪਲੈਨਿੰਗ ਦੀ ਲੋੜ ਹੈ। ਅਸੀਂ ਉਸ ਪਲੈਨਿੰਗ ਸ਼੍ਰੋਮਣੀ ਗੁਰਮਤਿ ਨੇ ਉਹ ਪਲੈਨਿੰਗ ਕਰ ਲਈ ਹੋਈ ਹੈ। ਮੈਂ ਅਗਲਾ ਸਵਾਲ ਤੁਹਾਨੂੰ ਇਹ ਕਰਾਂਗਾ ਕਿ ਤੁਸੀਂ ਜੀ ਪ੍ਰਿੰਸੀਪਲ ਸਾਹਿਬ ਗੁਰਮਤਿ ਅਕੈਡਮੀ ਪਟਿਆਲਾ ਦੇ ਵਿੱਚ ਤੁਸੀਂ ਇੱਕ ਗੁਰਮਤਿ ਅਕੈਡਮੀ ਚਲਾ ਰਹੇ ਹੋ, ਮੌਜੂਦਾ ਤੁਸੀਂ ਪ੍ਰਿੰਸੀਪਲ ਵੀ ਉਹਦੇ ਹੁਣ, ਤੇ ਉਹਦੇ ਵਿੱਚ ਤੁਸੀਂ ਧਾਰਮਿਕ ਜਿਹੜੇ ਪ੍ਰੀਸਟ ਆਪਾਂ ਲਾ ਲਈਏ ਜਾਂ ਗ੍ਰੰਥੀ ਸਿੰਘ ਲਾ ਲਈਏ ਜਾਂ ਪ੍ਰਚਾਰਕ ਲਾ ਲਈਏ ਜਾਂ ਧਰਮ ਪ੍ਰਚਾਰਕ ਲਾ ਲਈਏ, ਜਿਹੜੇ ਤੁਸੀਂ ਉੱਥੇ ਉਹਨਾਂ ਨੂੰ ਜਿਹੜੀ ਵਿਦਿਆ ਤੁਸੀਂ ਦਿੰਦੇ ਹੋ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਡੇ ਜਿਹੜੇ ਪ੍ਰਚਾਰਕ ਆ ਉਹ ਵੈਲ ਐਜੂਕੇਟਡ ਹੋਣੇ ਚਾਹੀਦੇ ਨੇ? ਇੱਕ ਗੱਲ। ਦੂਸਰੀ ਗੱਲ, ਜਦੋਂ ਉਹ ਅਸੀਂ ਐਜੂਕੇਟਡ ਪ੍ਰਚਾਰਕ ਗੁਰਦੁਆਰਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਰਵਿਸ ਦੇਵਾਂਗੇ ਤੇ ਕੀ ਉਹਨਾਂ ਨੂੰ ਯੋਗ ਐਬਿਲਿਟੀ ਸਮਝ ਕੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਤਨਖਾਹ ਜਾਂ ਖਰਚੇ ਦਾ ਪ੍ਰਬੰਧ ਅਸੀਂ ਕਰਾਂਗੇ? ਬਿਲਕੁਲ ਜੀ, ਮੈਂ ਬੇਨਤੀ ਕਿ ਮੈਨੂੰ ਬੜੇ ਲੰਮੇ ਟਾਈਮ ਤੋਂ ਮੇਰੇ ਪਿਛਲੇ ਸਾਲ ਦੇ ਬੈਚ 60 ਬੱਚੇ ਸੀਗੇ ਸਾਡੀ ਅਕੈਡਮੀ ਅੰਦਰ ਹੀ ਰਹਿੰਦੇ, ਔਰ ਅਸੀਂ ਉਹਨਾਂ ਨੂੰ 4-5 ਸਾਲ ਆਪਣੇ ਕੋਲ ਰੱਖਿਆ ਔਰ ਉਹਦੇ ਵਿੱਚ ਅਸੀਂ ਉਹਨਾਂ ਨੂੰ ਪਟਿਆਲਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਵੀ ਕਰਾਈ। ਜਿਨ੍ਹਾਂ ਨੇ MA ਕਰਨੀ ਸੀ ਉਹ ਵੀ ਕਰਾਈ, ਜਿਨ੍ਹਾਂ ਨੇ ਮਿਊਜ਼ਿਕ ਕਰਨਾ ਸੀ ਉਹ ਵੀ ਕਰਵਾਇਆ ਸੀ, ਜਿਨ੍ਹਾਂ ਨੇ MA ਕਰਨੀ ਸੀ ਉਹ ਵੀ ਨਾਲ ਕਰਵਾਈ। ਅਸੀਂ ਬੱਚੇ ਕਿਉਂਕਿ ਸਾਡੇ ਕੋਲ ਰਹਿੰਦੇ ਸੀਗੇ, ਅਸੀਂ ਉੱਥੇ ਸਿਲੇਬਸ 5 ਸਾਲ ਦਾ ਨਿਯਤ ਕੀਤਾ ਹੋਇਆ। ਔਰ ਮੈਂ ਕਿਉਂਕਿ ਕਥਾ ਦੀ ਟ੍ਰੇਨਿੰਗ ਦੇਣਾ, ਮੇਰਾ ਇੱਕ ਵਿਸ਼ਾ ਇੱਕ ਮਿਊਜ਼ਿਕ ਦਾ ਟੀਚਰ ਹੈ, ਉਹ ਆਪਣੀ ਮਿਊਜ਼ਿਕ ਦੇ ਨਾਲ ਸੰਬੰਧਿਤ ਗੱਲ ਕਰਦਾ ਹੈਗਾ। ਉਹ ਇੱਕ ਤਬਲੇ ਦੇ ਮਾਹਰ ਰੱਖੇ ਹੋਏ ਨੇ, ਜਿਹੜੇ ਤਬਲਾ ਵਾਦਕ ਨੇ ਉਹ ਆ ਕੇ ਟ੍ਰੇਨਿੰਗ ਤਬਲੇ ਦੀ ਦਿੰਦੇ ਨੇ। ਔਰ ਸਾਡੇ ਕੋਲ ਸੀਮਤ ਸਾਧਨ ਹੋਣ ਦੇ ਬਾਵਜੂਦ ਵੀ ਅਸੀਂ ਹੁਣ ਇੱਕ ਮਿਸ਼ਨ ਬਣਾਇਆ ਹੈ, ਕਰੋਨਾ ਦੇ ਕਰਕੇ ਸ਼ਾਇਦ ਸਾਡਾ ਡਿਲੇ ਹੋ ਗਿਆ ਹੈ। ਅਸੀਂ ਇਸ ਵਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ 200 ਬੱਚਾ
ਜਿਹੜਾ ਸਿਕਲੀਗਰਾਂ ਦਾ ਬੱਚਾ ਜਿਹੜਾ ਨੌਜਵਾਨ ਬੱਚਾ ਹੈ ਉਧਰੋਂ ਜਿਹੜਾ 10ਵੀਂ ਜਾਂ +2 ਦੇ ਨੇੜੇ ਤੇੜੇ ਹੋਵੇ, ਅਸੀਂ ਉਨੀ ਕੁ ਉਮਰ ਉਹਦੀ ਹੋਵੇ, ਅਸੀਂ ਉਹਨੂੰ ਇੱਥੇ ਪੰਜਾਬ ਬੋਰਡ ਦੀ ਪੜ੍ਹਾਈ ਵੀ ਕਰਾਵਾਂਗੇ ਔਰ ਅਸੀਂ ਉਹ ਬੱਚਿਆਂ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਐਜੂਕੇਟ ਕਰਕੇ ਪ੍ਰਚਾਰਕ ਬਣਾ ਕੇ ਅਸੀਂ ਕਹਾਂਗੇ ਜਾਓ ਭਾਵੇਂ ਉਹ ਜਿੱਥੇ ਮਰਜ਼ੀ, ਪਰ ਤੁਹਾਨੂੰ ਸੈਟਲ ਕਰ ਦਿਆਂਗੇ। ਮਤਲਬ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਦੇਰ ਪਰ ਐਜੂਕੇਟ ਨਹੀਂ ਹੁੰਦਾ, ਪੜ੍ਹਿਆ ਲਿਖਿਆ ਨਹੀਂ ਹੁੰਦਾ, ਪੜ੍ਹੇ ਲਿਖੇ ਦੇ ਕੋਲ ਅੱਗੇ ਰਸਤੇ ਬੜੇ ਨੇ, ਉਹ ਕਿਸੇ ਵੀ ਫੀਲਡ ਵਿੱਚ ਜਾ ਸਕਦਾ ਹੈ। ਜ਼ਰੂਰੀ ਨਹੀਂ ਉਹ ਗ੍ਰੰਥੀ ਲੱਗੇ, ਜ਼ਰੂਰੀ ਨਹੀਂ ਕਿ ਉਹ ਰਾਗੀ ਬਣੇ, ਉਹ ਇਹਦੇ ਨਾਲ ਨਾਲ ਉਹ ਕੁਝ ਹੋਰ ਵੀ ਕਰ ਸਕਦਾ ਹੈ। ਪਰ ਜਿਹੜੇ ਸਾਡੇ ਅੱਜ ਇੱਕ ਫਰਜ਼ੀ ਕਾਲਜ ਚੱਲੇ ਹੋਏ ਨੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਂਦੀ, ਬੱਚੇ ਨੂੰ 10ਵੀਂ ਤੱਕ ਅਨਪੜ੍ਹ ਰੱਖਿਆ ਜਾਂਦਾ ਹੈ ਔਰ 3-4 ਸਾਲ 5 ਸਾਲ ਦਾ ਕੋਰਸ ਕਰਾਤਾ ਜਾਂਦਾ ਹੈ ਤੇ ਉਹਨੂੰ ਪਾਠੀ ਬਣਾ ਕੇ ਭੇਜ ਦੇਵਾ। ਉਹ ਵਿਚਾਰਾ ਆਪਣੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦਾ, ਉਹਦੀ ਪੜ੍ਹਾਈ ਦਾ ਜਿਹੜਾ ਟਾਈਮ ਆਦੀ ਬਰਬਾਦ ਕਰ ਰਹੇ ਆ। ਮਤਲਬ ਇੱਥੇ ਕੰਮ ਕਰ ਰਹੇ ਆ ਤੇ ਆਪਾਂ ਨੂੰ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਜਿਹੜਾ ਬੱਚਾ 15 16 17 18 20 ਸਾਲ ਦਾ ਹੈ, ਇਹ ਉਹਦੀ ਪੜ੍ਹਨ ਦੀ ਲਾਈਫ ਹੈ, ਉਹਨੂੰ ਪੜ੍ਹਾਈ ਨਾਲ ਧਰਮ ਦੀ ਉਹਨੂੰ ਜਿਹੜੀ ਸਿੱਖਿਆ ਦਿੱਤੀ ਜਾਵੇ। ਆਪਾਂ ਇਹਨਾਂ ਦੀ ਅਕੈਡਮੀ ਇੱਥੇ ਅਸੀਂ ਕੰਮ ਕਰ ਰਹੇ ਹਾਂ ਔਰ ਐਜੂਕੇਸ਼ਨ ਹੈ ਬੈਸਟ ਹੈਗੀ ਹੈ। ਇਸ ਤੋਂ ਬਿਨਾ ਅਸੀਂ ਪ੍ਰਿੰਸੀਪਲ ਸਾਹਿਬ ਜੀ, ਤੁਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਸਰਵੇ ਵੀ ਇਸ ਗੱਲ ਦਾ ਕੀਤਾ ਕਿ ਜਿਹੜੇ ਤੁਹਾਡੀ ਅਕੈਡਮੀ ਦੇ ਵਿੱਚੋਂ ਪੜ੍ਹ ਕੇ ਬੱਚੇ ਗਏ ਨੇ, ਜਿਨ੍ਹਾਂ ਨੇ ਚੰਗੀ ਐਜੂਕੇਸ਼ਨ ਲੈ ਕੇ ਉਹ ਇੱਕ ਧਾਰਮਿਕ ਜਿਹੜੇ ਪ੍ਰਚਾਰਕ ਬਣ ਗਏ ਨੇ, ਕੀ ਇਸ ਗੱਲ ਦਾ ਤੁਸੀਂ ਸਰਵੇ ਕੀਤਾ ਕਿ ਜਿੱਥੇ ਉਹ ਜਾ ਕੇ ਜੌਬ ਕਰਦੇ ਨੇ ਜਾਂ ਗੁਰਦੁਆਰੇ ਜਿਹੜੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੀ ਉਹਨਾਂ ਨੂੰ ਅਸੈਪਟ ਕਰਦੀਆਂ ਜਾਂ ਨਹੀਂ ਕਰਦੀਆਂ? ਬਿਲਕੁਲ ਜੀ, ਸਾਡੇ ਕੋਲ ਜਿੰਨੇ ਬੱਚੇ ਪੜ੍ਹ ਕੇ ਗਏ ਨੇ ਸਾਡੇ ਕੋਲ ਰਿਕਾਰਡ ਹੈਗਾ, ਉਹ ਬੱਚੇ ਵੈਲ ਸੈਟਡ ਨੇ ਸਾਰੇ। ਉਹਨਾਂ ਨੂੰ ਅਸੀਂ ਹਰ ਪੱਖੋਂ, ਕਿਉਂਕਿ ਸਾਨੂੰ ਗੱਡੀਆਂ ਨੇ, ਉਹ ਬੱਚੇ ਗੱਡੀਆਂ ਵਿੱਚ ਕੀਰਤਨ ਕਰਨ ਜਾਂਦੇ ਸੀ, ਆਪ ਹੀ ਕਰਦੇ ਸੀਗੇ, ਆਪ ਹੀ ਲੰਗਰ ਪਕਾਉਂਦੇ ਸੀ, ਆਪ ਹੀ ਸਾਰਾ ਕੁਝ। ਅਸੀਂ ਕੋਈ ਬੰਦੇ ਤਾਂ ਰੱਖੇ ਨਹੀਂ ਸੀ ਹੋਰ ਕੋਈ। ਉਹਨਾਂ ਨੂੰ ਅਸੀਂ ਫਿਜ਼ੀਕਲੀ ਇੰਨਾ ਮਜ਼ਬੂਤ ਕਰ ਦਿੰਦੇ ਆ ਤਾਂ ਸਿਰਫ ਕਥਾ ਕੀਰਤਨ ਤੇ ਵਾਜੇ ਦੀ ਜਿਹੜੀ ਕਮਾਈ ਹੁੰਦਾ, ਉਹ ਹੋਰ ਸਾਈਡ ਦੇ ਤੌਰ ਤੇ ਆਪਣੇ ਕੰਪਿਊਟਰ ਦਾ ਕੋਰਸ, ਹੋਰ ਜਿਹੜੇ ਕੰਪਿਊਟਰ ਦਾ ਵਰਕ ਹੈ, ਕੰਮ ਹੈ, ਅਸੀਂ ਉਸ ਤਰ੍ਹਾਂ ਦਾ ਬਣਾ ਦਿੰਦੇ ਆ ਉਹਨੂੰ। ਔਰ ਉਹਦੇ ਨਾਲ ਕੀ ਹੁੰਦਾ ਕਿ ਉਹ 35 40 50 ਹਜ਼ਾਰ ਰੁਪਏ ਮਹੀਨਾ ਕਮਾ ਲੈਂਦਾ ਔਰ ਵੈਲ ਸੈਟਡ ਹੋ ਜਾਂਦਾ। ਉਹ ਅੱਜ ਵੀ ਅਗਰ ਉਹਨੂੰ ਲੋੜ ਹੈ ਉਹਨਾਂ ਬੱਚਿਆਂ ਨੂੰ ਸਾਡੀ, ਤਾਂ ਅਸੀਂ ਅੱਜ ਵੀ ਉਹਨਾਂ ਦੇ ਮਾਂ-ਬਾਪ ਆ, ਅਸੀਂ ਕੋਈ ਉਹਨਾਂ ਨੂੰ ਵਿਦਿਆਰਥੀ ਨਹੀਂ ਸਮਝਦੇ, ਅਸੀਂ ਆਪਣੇ ਪੁੱਤਰ ਸਮਝਦੇ ਹਾਂ, ਧੀਆਂ ਸਮਝਦੇ ਹਾਂ, ਉਹਨਾਂ ਦੀ ਮਦਦ ਪੂਰੀ ਜਿਹੜੀ ਆ ਕਰਦੇ ਹਾਂ। ਔਰ ਜੇ ਪ੍ਰਬੰਧ ਕੌਮ ਸਾਡੇ ਕੋਲ ਪ੍ਰਬੰਧ ਚੰਗੇ ਲੋਕਾਂ ਕੋਲ ਆ ਜਾਵੇ ਤੇ ਮੈਂ ਇਹ ਗੱਲ ਕਹਿਣਾ ਕਿ ਜਿੰਨੀ ਗੁਰਦੁਆਰਾ ਸਥਾਨ ਕਿਸੇ ਗ੍ਰੰਥੀ ਨੂੰ, ਕਿਸੇ ਰਾਗੀ ਨੂੰ ਪੈਸੇ ਦੇਣਗੀਆਂ, ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੇ ਪੈਸੇ ਉਹ ਵਜ਼ੀਫੇ ਦੇ ਰੂਪ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਪੇ ਕਰੇ ਕਿ ਇਹ ਜਿਹੜਾ ਸਿੰਘ ਸਭਾ ਲੱਗਾ ਗ੍ਰੰਥੀ, ਇੰਨੇ ਪੈਸੇ ਜਿੰਨੀ ਤਨਖਾਹ ਉਹ ਦਿੰਦੇ ਉਨੀ ਤਨਖਾਹ ਸਾਡੀ ਕੇਂਦਰੀ ਜਥੇਬੰਦੀ ਜਿਹੜੀ ਆ ਉਹਨੂੰ ਦਵੇ, ਤਾਂ ਕਿ ਉਹ ਆਰਥਿਕ ਤੌਰ ਤੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ, ਉਹ ਸਿੱਖੀ ਦੇ ਖੇਤਰ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਔਰ ਅਸੀਂ ਇਹ ਵੀ ਯਤਨ ਕਰਾਂਗੇ ਕਿ ਸਿੱਖਾਂ ਜਿੰਨੇ ਵੀ ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ ਬੱਚੇ ਹੋਣਗੇ, ਉਹ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਜਿੰਨੇ ਸਕੂਲ ਕਾਲਜ ਹੋਣਗੇ ਉਹਨਾਂ ਵਿੱਚ ਉਹ ਜਿੰਨੀ ਪੜ੍ਹਾਈ ਕਰ ਸਕਣਗੇ ਬਿਨਾਂ ਪੈਸੇ ਤੋਂ ਕਰਨਗੇ। ਜੇ ਪ੍ਰਚਾਰਕ ਹੀ ਕਮਜ਼ੋਰ ਹੈ ਸਾਡਾ, ਅੱਜ ਕੀ ਹੈ ਪ੍ਰੋਬਲਮ ਸਿੱਖ ਦੀ? ਅੱਜ ਪ੍ਰੋਬਲਮ ਹੈ ਪ੍ਰਚਾਰਕ ਵੀਕ ਹੈ ਸਾਡਾ। ਮੈਂ ਕਹਿੰਦਾ ਕੌਮ ਦੇ ਬੜੇ ਵੱਡੇ ਪੰਥ ਪ੍ਰਚਾਰਕ ਯਾਨੀ ਸੰਤ ਸਿੰਘ ਮਸਕੀਨ, ਆਖਰੀ ਦਿਨਾਂ ਵਿੱਚ ਮੇਰੀ ਉਹਨਾਂ ਨਾਲ ਇੱਕ ਮੁਲਾਕਾਤ ਹੋਈ, ਜਿਨ੍ਹਾਂ ਦਿਨਾਂ ਵਿੱਚ ਚਲਾਣਾ ਕਰਕੇ ਮੇਰੇ ਬੜੇ ਮਿੱਤਰ ਸੀ ਲੁਧਿਆਣੇ, ਉਹਨਾਂ ਨੇ ਇੱਥੇ ਆਉਂਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਬੈਠਦਾ ਹੁੰਦਾ ਸੀ ਉਹਨਾਂ ਕੋਲ। ਉਹਨਾਂ ਨੇ ਕਿਤਾਬ ਲਿਖੀ ਸੀ ਪ੍ਰਚਾਰਕ ਹੀ ਪ੍ਰਬੰਧਕ ਹੋਣ, ਆਖਰੀ ਦਿਨਾਂ 'ਚ ਉਹਨੇ ਕਿਤਾਬ ਲਿਖੀ ਸੀ ਤੇ ਮੈਨੂੰ ਕਹਿਣ ਲੱਗੇ ਕਿ ਪ੍ਰਿੰਸੀਪਲ ਸਾਹਿਬ ਜੇ ਕਿਧਰੇ ਸਾਡੇ ਪ੍ਰਚਾਰਕ ਪ੍ਰਬੰਧਕ ਬਣ ਜਾਣ ਨਾ ਤੇ ਮਸਲਾ ਬੜਾ ਵੱਡਾ ਹੋ ਸਕਦਾ। ਪ੍ਰਬੰਧਕ ਜਿਹੜੇ ਨੇ ਪ੍ਰਚਾਰ ਦੇ ਵਿੱਚ ਬੜੀ ਵੱਡੀ ਰੁਕਾਵਟ ਨੇ ਅੱਜ ਦੀ ਡੇਟ ਦੇ ਵਿੱਚ। ਉਹ ਪ੍ਰਬੰਧਕ ਅਫਸਰ ਬਣ ਗਏ, ਪ੍ਰਚਾਰਕ ਨੌਕਰ ਬਣਾਤਾ। ਇਹ ਜਿਹੜੀ ਗੱਲ ਤੋਂ ਪ੍ਰਿੰਸੀਪਲ ਸਾਹਿਬ ਆਪਾਂ ਇੱਥੇ ਕੰਮ ਕਰੀਏ, ਔਰ ਉਹਨਾਂ ਨੇ ਕਿਤਾਬ ਲਿਖੀ ਹੈ, ਉਹ ਕਿਤਾਬ ਅੱਜ ਕੱਲ ਮਿਲ ਜਾਂਦੀ ਹੈ, ਪ੍ਰਚਾਰਕ ਹੀ ਪ੍ਰਬੰਧਕ ਹੋਵੇ, ਤਾਂ ਅਸੀਂ ਉੱਥੇ ਕੰਮ ਕਰਾਂਗੇ। ਔਰ ਅਸੀਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਦੀ ਚੋਣਾਂ ਵਿੱਚ 50% ਪ੍ਰਚਾਰਕਾਂ ਨੂੰ ਅਸੀਂ ਇਲੈਕਸ਼ਨ ਲੜਾਵਾਂਗੇ ਔਰ ਇਹਨਾਂ ਨੂੰ ਟਿਕਟਾਂ ਦੇਵਾਂਗੇ। ਇਲੈਕਸ਼ਨ ਲੜ ਕੇ ਪ੍ਰਚਾਰਕੋ ਦੇ ਪ੍ਰਬੰਧਕ ਬਣਾਓ, ਤੁਸੀਂ ਮੈਨੇਜਰ ਵੀ ਹੋਵੋਗੇ, ਤੁਸੀਂ ਹੈਡ ਗ੍ਰੰਥੀ ਵੀ ਤੁਸੀਂ ਹੋਵੋਗੇ, ਕਰੋਗੇ ਕੰਮ ਅੱਗੇ ਆ ਕੇ। ਇਹ ਮੈਨੇਜਰ ਨੂੰ 2-2 ਲੱਖ ਰੁਪਏ ਅਸੀਂ ਦੇ ਰਹੇ ਹਾਂ, 2 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਾ ਮੈਨੇਜਰ ਲੈ ਰਿਹਾ ਇਸ ਵੇਲੇ। ਆਪਾਂ ਮੈਨੇਜਰ ਨੂੰ ਕਿਉਂ ਦੇਣਾ? ਮੈਨੇਜਰ ਹੈਡ ਗ੍ਰੰਥੀ ਮੈਨੇਜਰ ਦਾ ਕੰਮ ਕਰ ਸਕਦਾ ਹੈਗਾ, ਹਾਂਜੀ। ਉਹ ਆਪਣਾ ਸਵੇਰੇ ਸ਼ਾਮ ਉਹਨੇ ਕਥਾ ਕਰਨੀ ਨਾਲ, ਉਹ ਕੰਮ ਸੰਭਾਲੇ। ਲੋੜ ਹੈ ਜਿਹੜੇ ਰਿਟਾਇਰਡ ਬੰਦੇ ਨੇ ਸਾਡੇ ਅਲੱਗ-ਅਲੱਗ ਡਿਪਾਰਟਮੈਂਟਾਂ ਵਿੱਚੋਂ ਆਏ ਨੇ, ਪੈਨਸ਼ਨਰ ਨੇ, ਅਸੀਂ ਉਹਨਾਂ ਨੂੰ ਮੈਨੇਜਰ ਲਾ ਸਕਦੇ ਹਾਂ। ਉਹ ਬਿਨਾਂ ਪੈਸੇ ਤੋਂ ਸੇਵਾ ਕਰਨ ਨੂੰ ਤਿਆਰ ਬੈਠੇ ਨੇ। ਤਾਂ ਪੈਸਾ ਬਚਾਇਆ ਜਾ ਸਕਦਾ ਹੈ।
ਵੱਲ ਹੈ ਕਿ ਪ੍ਰਬੰਧ ਇੱਕ ਸੇਵਾ ਜੇ ਸਮਝਿਆ ਜਾਵੇ ਤਾਂ ਅੱਜ ਪ੍ਰਬੰਧ ਜਿਹੜੀ ਹੈ ਦੁਕਾਨ ਬਣ ਗਈ, ਕਮਾਈ ਦਾ ਸਾਧਨ ਬਣਾ ਦਿੱਤਾ ਗਿਆ ਤੇ ਵਪਾਰ ਸਾਡੇ ਗੁਰਦੁਆਰੇ ਵਪਾਰ ਦਾ ਕੇਂਦਰ ਬਣ ਗਏ। ਪ੍ਰੋਬਲਮ ਸਾਡੀ ਆ ਸਾਧ ਚਰਨਜੀਤ ਸਿੰਘ ਜੀ, ਅੱਜ ਗੁਰਦੁਆਰੇ ਵਪਾਰ ਦਾ ਕੇਂਦਰ ਬਣ ਗਏ। ਪ੍ਰਿੰਸੀਪਲ ਸਾਹਿਬ ਜੀ, ਕਿਉਂਕਿ ਆਪਣਾ ਟਾਈਮ ਜਿਹੜਾ ਬਿਲਕੁਲ ਸਮਾਪਤ ਹੋਣ ਵਾਲਾ, ਅਖੀਰ ਦੇ ਵਿੱਚ ਤੁਸੀਂ ਇਸ ਵੇਲੇ ਸਿੱਖ ਚੈਨਲ ਤੋਂ ਕੀ ਸੰਗਤਾਂ ਨੂੰ ਜਿਹੜਾ ਮੈਸੇਜ ਹੈ ਉਹ ਮੈਸੇਜ ਕੀ ਦੇਣਾ ਚਾਹੋਗੇ? ਮੈਂ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਕਿ ਸਾਧ ਸੰਗਤ ਜੀ 60 ਸਾਲ ਮੇਰੀ ਉਮਰ ਹੋ ਗਈ ਹੈ ਤੇ ਮੈਂ ਆਪਣੇ ਬੱਚੇ ਸੈਟਲ ਕੀਤੇ ਹੋਏ ਆ, ਮੈਂ ਵੀ ਵੈਲ ਸੈਟਡ ਆ। ਮੈਂ ਕਿ ਹੁਣ ਜਾਂਦੀ ਵਾਰ ਹੀ ਕਵਾਂਗਾ ਬਈ ਜਾਂਦੀ ਵਾਰ ਇਹ ਜਿਹੜੀ ਕੌਮ ਨੂੰ ਕਰੋਨਾ ਚਿਮੜਿਆ ਹੋਇਆ ਹੈ, ਇਹ ਮਾੜੇ ਪ੍ਰਬੰਧਕ ਰੂਪੀ ਕਰੋਨਾ, ਆਪਾਂ ਇੱਧਰ ਥੋੜਾ ਧਿਆਨ ਦਈਏ। ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਨੂੰ ਮਿਲਵਰਤਨ ਦਿਓ, ਸਹਿਯੋਗ ਦਿਓ। ਅਸੀਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਸਾਰੀਆਂ ਧਿਰਾਂ ਨੂੰ ਨਾਲ ਜੋੜ ਕੇ ਇੱਕ ਦੇ ਮੁਕਾਬਲੇ ਕੈਂਡੀਡੇਟ ਖੜਾ ਕਰਕੇ ਇਸ ਵਾਰ ਪ੍ਰਬੰਧ ਬਾਦਲਾਂ ਤੋਂ, ਜਿਹੜੇ ਨਕੰਮੇ ਲੋਕਾਂ ਤੋਂ, ਆਰਐਸਐਸ ਦੇ ਏਜੰਟਾਂ ਤੋਂ, ਗੰਗੂਆਂ ਤੋਂ ਹੋ ਕੇ ਤੇ ਅਸੀਂ ਆਮ ਸੰਗਤ ਨੂੰ ਸੌਂਪ ਦਈਏ, ਪ੍ਰਚਾਰਕਾਂ ਨੂੰ ਸੌਂਪ ਦਈਏ ਪ੍ਰਬੰਧ। ਜੇ ਤੁਹਾਡਾ ਚੰਗਾ ਪ੍ਰਬੰਧ ਹੋ ਗਿਆ ਤਾਂ ਚੰਗੇ ਪ੍ਰਚਾਰਕ ਬਣਨਗੇ, ਚੰਗੀ ਸੰਗਤ ਵਿੱਚੋਂ ਚੰਗੇ ਪ੍ਰਚਾਰਕ ਵੀ ਆਣਗੇ ਅੱਗੇ। ਤੋ ਪ੍ਰਬੰਧ ਨੂੰ ਸੰਭਾਲਣਾ ਇਹ ਧਾਰਮਿਕ ਲੋਕਾਂ ਦਾ ਕੰਮ ਹੈ, ਜਿਹੜੇ ਗੁਰਮਤਿ ਦੇ ਰੋਸ਼ਨੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਜਿਨ੍ਹਾਂ ਦਾ ਜੀਵਨ ਗੁਰਮਤਿ ਅਨੁਸਾਰੀ ਹੈ। ਉਹਨਾਂ ਲੋਕਾਂ ਨੂੰ ਪ੍ਰਬੰਧ ਦੇ ਖੇਤਰ ਵਿੱਚ ਅੱਗੇ ਲਿਆਓ। ਆ ਸਿਆਸੀ ਲੋਕਾਂ ਨੂੰ ਪ੍ਰਬੰਧ ਦੇ ਖੇਤਰ ਚੋਂ ਬਾਹਰ ਕੱਢੋ ਤੇ ਇਹਨਾਂ ਨੂੰ ਸਿਆਸਤ ਦੇ ਖੇਤਰ ਵਿੱਚ ਜਾਓ। ਅਸੀਂ ਸਿਆਸਤ ਵਿੱਚ ਦਖਲ ਨਹੀਂ ਦਿੰਦੇ। ਅਸੀਂ ਆਪਣੀ ਜ਼ਿੰਦਗੀ 'ਚ ਐਮਐਲਏ ਨਹੀਂ ਬਣਨਾ, ਐਮਪੀ ਨਹੀਂ ਬਣਨਾ, ਕੋਈ ਇਲੈਕਸ਼ਨ ਨਹੀਂ ਲੜਨੀ, ਨਾ ਕੋਈ ਲੜੀ ਹੈ। ਜੇ ਲੜੀ ਹੈ ਤਾਂ ਧਾਰਮਿਕ ਇਲੈਕਸ਼ਨ ਲੜੀ ਹੈ, ਔਰ ਫਿਰ ਲੜਾਂਗੇ ਜਦ ਤੱਕ ਜਿਉਂਦੇ ਆ। ਜੇ 3 ਅੱਗੇ ਲੜੀਆਂ ਤੇ ਅੱਗੇ ਵੀ ਜਿੰਨੀਆਂ ਲੜਨੀਆਂ ਪਈਆਂ ਉਹ ਇਲੈਕਸ਼ਨਾਂ ਲੜ ਕੇ ਜਿੱਤ ਪ੍ਰਾਪਤ ਕਰਾਂਗੇ, ਔਰ ਜੇ ਆਪਣੀ ਕੌਮ ਦੇ ਬੱਚਿਆਂ ਨੂੰ ਸੰਭਾਲਾਂਗੇ। ਇਹ ਉਹਨਾਂ ਦੇ ਮਾਂ-ਬਾਪ ਬਣ ਕੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਇਹ ਸਿੱਖਾਂ ਦੀ ਮਾਂ-ਬਾਪ ਹੈ। ਇਹ ਮਾਂ-ਬਾਪ ਦਾ ਰੋਲ ਨਹੀਂ ਅਦਾ ਕਰ ਰਹੀ। ਇਹ ਅਦਾਰੇ ਜਿਹੜੇ ਨੇ ਇਹ ਗੈਰ ਲੋਕਾਂ ਦੇ ਕਬਜ਼ੇ ਵਿੱਚ ਨੇ। ਆਪਾਂ ਉਹਨਾਂ ਦੇ ਕਬਜ਼ੇ ਤੋਂ ਮੁਕਤ ਕਰਾਈਏ। ਜੋ ਇੱਥੇ ਕੁਝ ਹੋ ਰਿਹਾ ਉਹ ਨਾਗਪੁਰ ਦੀ ਆਰਐਸਐਸ ਕਰ ਰਹੀ ਹੈ। ਇਹ ਗੱਲ ਕਲੀਅਰ ਹੈ, 2 ਸ਼ਬਦਾਂ 'ਚ ਕਲੀਅਰ ਹੈ। ਤੁਸੀਂ ਬਿਲਕੁਲ ਕਦੇ ਨਾ ਕਹੋ ਕਿ ਅਕਾਲ ਤਖਤ ਅਪੀਲ ਕਰੋ ਜੀ। ਕੋਈ ਅਕਾਲ ਤਖਤ, ਉੱਥੇ ਵੀ ਆਰਐਸਐਸ ਬੈਠੀ ਹੈ, ਦਿੱਲੀ ਕਮੇਟੀ ਵੀ ਆਰਐਸਐਸ ਬੈਠੀ ਹੈ। ਉੱਥੇ ਉਹੀ ਹੋਏਗਾ ਜੋ ਉਹਨਾਂ ਨੂੰ ਪਸੰਦ। ਨਾਨਕ ਸਿੰਘ ਕੈਲੰਡਰ ਇਹਨਾਂ ਨੇ ਚੀਜ਼ ਪੜ ਕਰ ਦਿੱਤਾ। ਸਿੱਖ ਰਹਿਤ ਮਰਿਆਦਾ ਦੇ ਇਹਦੇ ਖਿਲਾਫ ਹੋਏ ਪਏ ਨੇ। ਇਹਨੂੰ ਵੀ ਖਤਮ ਕਰਨਾ ਚਾਹੁੰਦੇ ਨੇ, ਪਰ ਉਹ ਹਾਲਾਤ ਐਸੇ ਅਕਾਲ ਪੁਰਖ ਨੇ ਬਣਾ ਦਿੱਤੇ ਕਿ ਬਾਦਲ ਜਿਹੜਾ ਉਹ ਲੱਥ ਗਿਆ। ਇਹਨੂੰ ਬਾਦਲ ਨੂੰ ਹੁਣ ਆਪਾਂ ਕਹਿੰਦੇ ਨੇ ਵੀ ਬਾਦਲ ਭਜਾਓ ਪੰਥ ਬਚਾਓ, ਇਹ ਸਾਡਾ ਨਾਰਾ ਹੈ ਜੀ। ਸਮਾਂ ਨਹੀਂ ਇਜਾਜ਼ਤ ਦਿੱਤਾ ਆਪਾਂ ਨੂੰ। ਸੋ ਪਿਆਰੇ ਦਰਸ਼ਕੋ, ਪ੍ਰਿੰਸੀਪਲ ਸਰਦਾਰ ਰਵਿੰਦਰਪਾਲ ਸਿੰਘ ਜੀ, ਜਿਹੜੇ ਕਿ ਇਸ ਵੇਲੇ ਸ਼੍ਰੋਮਣੀ ਗੁਰਮਤਿ ਅਰਵਿੰਦਰ ਸਿੰਘ ਜੀ ਖਾਲਸਾ, ਸੋ ਉਹ ਜਿਹੜੇ ਇਸ ਵੇਲੇ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਤੇ ਸ਼੍ਰੋਮਣੀ ਗੁਰਮਤਿ ਚੇਤਨਾ ਮੈਗਜ਼ੀਨ ਵੀ ਉਹ ਕੱਢਦੇ ਨੇ, ਤੇ ਗੁਰਮਤਿ ਅਕੈਡਮੀ ਪਟਿਆਲਾ ਦੇ ਉਹ ਪ੍ਰਿੰਸੀਪਲ ਵੀ ਨੇ ਇਸ ਵੇਲੇ ਮੌਜੂਦਾ। ਉਹਨਾਂ ਦੇ ਵਿਚਾਰ ਤੁਸੀਂ ਸੁਣੇ ਨੇ। ਸੋ ਇਹ ਵਿਚਾਰ ਉਹਨਾਂ ਦੇ ਆਪਣੇ ਵਿਚਾਰ ਨੇ। ਸੋ ਜਿਸਨੇ ਵੀ ਇਸ ਵਿੱਚ ਵਿਚਾਰ ਦਿੱਤੇ ਨੇ ਉਹਦੇ ਆਪਣੇ ਵਿਚਾਰ ਨੇ। ਸੋ ਤੁਸੀਂ ਵੇਖਦੇ ਰਹੋ ਸਿੱਖ ਚੈਨਲ। ਗੁਰਮਤਿ ਦੀਆਂ ਜਿਹੜੀਆਂ ਗੱਲਾਂ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਤੇ ਸੁੱਚੇ ਸਿੱਖ ਕਿਵੇਂ ਬਣਨਾ, ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ। ਸੋ ਸਿੱਖ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀ, ਇਸ ਦੀ ਸਪੋਰਟ ਵੀ ਕਰੋ ਤੇ ਸਿੱਖ ਚੈਨਲ ਨੂੰ ਵੇਖਦੇ ਵੀ ਰਹੋ। ਆਓ ਅਸੀਂ ਤੁਹਾਡੇ ਤੋਂ ਇਜਾਜ਼ਤ ਲਈਏ ਜੀ, ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਬੁਲਾਓ ਪਿਆਰ ਨਾਲ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।